ਗੁਰੂ ਨਾਨਕ ਪਾਦ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਹੰਤਾ ਮਮਤਾ ਜਿਨ ਤਜੀ ਹਰਿ ਸ਼ੋਕ ਇਕ ਸਾਰ। ਤਿਨ ਸੰਤਨ ਕਰ ਬੰਦਨਾ ਕਰਹੁ ਕਥਾ ਉਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ ਪਾਪ ਜਨਮਾਂਤਰ ਕੇ ਪੁਨ ਰੂਪ ਧਾਰਤੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਕਲਿਆਣਕਾਰੀ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਆਪ ਜੀ ਜੁੜ ਬੈਠੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਪ੍ਰਭੂ ਦੀ ਉਸਤਤ ਕਰਨ ਦਾ ਪ੍ਰਕਾਰ ਹੀ ਇਹ ਹੈ ਕਿ ਸਾਵਧਾਨ ਹੋਣਾ ਤੇ ਇਕਾਗਰ ਚਿੱਤ ਹੋਣਾ। ਇਹੀ ਇੱਕ ਪ੍ਰਕਾਰ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਭੂਟਾਨ ਦੇ ਰਾਜੇ ਨੂੰ ਉਪਦੇਸ਼ ਦੇ ਕੇ ਮੁਕਤ ਕੀਤਾ। ਅਨੇਕ ਪ੍ਰਕਾਰ ਦੀਆਂ ਭੈੜੀਆਂ ਵਾਦੀਆਂ ਵਿੱਚ ਇਹ ਰਾਜਾ ਪ੍ਰਵਿਰਤ ਸੀ। ਉਹਨਾਂ ਵਾਦੀਆਂ ਤੋਂ ਮਹਾਰਾਜ ਜੀ ਦਾ ਉਹਦਾ ਛੁਟਕਾਰਾ ਕਰਵਾਇਆ। ਇਹਦੇ ਸਮੇਤ ਸਮੂਹ ਭੂਟਾਨ ਦੇ ਵਿੱਚ ਵਸਣ ਵਾਲੇ ਅਨੇਕਾਂ ਪ੍ਰਾਣੀਆਂ ਨੂੰ ਆਪਣੀ ਚਰਨ ਪੌਲ ਦੇ ਕੇ ਸਤਿਗੁਰਾਂ ਨੇ ਸਿੱਖੀ ਦਾ ਮਾਰਗ ਦ੍ਰਿੜ ਕਰਵਾਇਆ ਹੈ। ਭੂਟਾਨ ਤੋਂ ਚੱਲ ਕੇ ਕੈਸੇ ਨਗਰ ਵਿੱਚ ਆਏ ਹਨ ਜਿੱਥੇ ਅੰਨ ਤੇ ਅੱਗ ਨਹੀਂ ਹੁੰਦੀ। ਉਹਨਾਂ ਲੋਕਾਂ ਤੇ ਸਤਿਗੁਰਾਂ ਨੇ ਤਰਸ ਕੀਤਾ ਹੈ, ਦਇਆ ਕੀਤੀ ਹੈ, ਜਿਹੜੇ ਲੋਕ ਕੇਵਲ ਮਾਸ ਖਾ ਕੇ ਹੀ ਜੀਵਦੇ ਸਨ। ਉਹਨਾਂ ਨੂੰ ਮਹਾਰਾਜ ਜੀ ਨੇ ਅੰਨ ਧਨ ਦੀ ਦਾਤ ਪ੍ਰਦਾਨ ਕੀਤੀ ਹੈ। ਔਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਰਮੇਸ਼ਰ ਦੀ ਬੰਦਗੀ ਵਿੱਚ, ਅਕਾਲ ਪੁਰਖ ਦੇ ਸਿਮਰਨ ਵਿੱਚ ਆਪਣਾ ਜੀਵਨ ਬਤੀਤ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇੱਥੋਂ ਚੱਲ ਕੇ ਮਹਾਰਾਜ ਜੀ ਕਸ਼ਮੀਰ ਦੇ ਇਲਾਕੇ 'ਚ ਜਾ ਰਹੇ ਹਨ। ਕਸ਼ਮੀਰ ਪਹੁੰਚ ਕੇ ਜੋ ਪਾਤਸ਼ਾਹ ਜੀ ਨੇ ਕੌਤਕ ਕੀਤੇ ਹਨ, ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਆ ਰਹੀ ਹੈ। ਕਿਉਂਕਿ ਅਵਤਾਰੀ ਤੇ ਨਿਰੰਕਾਰੀ ਪੁਰਸ਼ਾਂ ਦੇ ਸੰਸਾਰ ਦੇ ਵਿੱਚ ਜਿਹੜੇ ਚੋਜ ਹੀ ਹੁੰਦੇ ਹੈ, ਮਾਨਵੀ ਲੀਲਾ ਦਾ ਤਾਂ ਇੱਕ ਪ੍ਰਕਾਰ ਦਾ ਠਾਠ ਹੀ ਹੈ। ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ, ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੰਤਾ ਮਮਤਾ ਜਿਨ ਤਜੀ, ਹਰਖ ਸ਼ੋਕ ਇਕ ਸਾਰ। ਸੰਤ ਜਨਾਂ ਦਾ ਮੰਗਲਾ ਚਰਨ ਮਾਂ ਕਵੀ ਜੀ ਕਰ ਰਹੇ ਨੇ। ਕਿਹੋ ਜਿਹੇ ਹੁੰਦੇ ਨੇ ਸੰਤ, ਉਹਨਾਂ ਬਾਰੇ ਦੱਸਦੇ ਨੇ ਕਿ ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਹੰਗਤਾ ਤੇ ਮਮਤਾ ਦੋਨੇ ਬਿਰਤੀਆਂ ਛੱਡ ਦਿੱਤੀਆਂ। ਦੋ ਬਿਰਤੀਆਂ, ਇੱਕ ਹੰਗਤਾ ਦੀ ਹੈ, ਦੂਸਰੀ ਮਮਤਾ ਦੀ ਹੈ। ਹੰਗਤਾ ਕਹਿੰਦੇ ਨੇ ਹੰਕਾਰ ਨੂੰ, ਹਉਮੈ ਨੂੰ। ਮਮਤਾ ਕਹਿੰਦੇ ਨੇ ਮੈਂ ਮੇਰੀ ਨੂੰ। ਕਿਸੇ ਵਸਤੂ ਦੇ ਉੱਤੇ ਆਪਣੀ ਮੈਂ ਮੇਰੀ ਜੋੜ ਲੈਣੀ, ਵੀ ਇਹ ਵਸਤੂ ਮੇਰੀ ਹੈ, ਇਹ ਪਦਵੀ ਮੇਰੀ ਹੈ, ਇਹ ਪਦਾਰਥ ਮੇਰਾ ਹੈ, ਉਹਨੂੰ ਕਹਿੰਦੇ ਆ ਮਮਤਾ ਦੀ ਬਿਰਤੀ। ਜਾਂ ਸਰੀਰ ਨਾਲ ਮਮਤਾ ਜੋੜ ਲੈਣੀ, ਇਹ ਸਰੀਰ ਮੇਰਾ ਹੈ। ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਹੰਗਤਾ ਤੇ ਮਮਤਾ ਇਹ ਦੋਨੇ ਬਿਰਤੀਆਂ ਛੱਡ ਦਿੱਤੀਆਂ। ਦੂਸਰਾ, ਜਿਨ੍ਹਾਂ ਨੇ ਹਰਖ ਤੇ ਸੋਗ ਦੋਨਾਂ ਵਿੱਚ ਇੱਕ ਸਮਾਨ ਬਿਰਤੀ ਰੱਖੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਹਰਖ ਤੇ ਸੋਗ ਦੋਨਾਂ ਵਿੱਚ ਇੱਕ ਸਮਾਨ ਬਿਰਤੀ ਰੱਖੀ ਹੈ। ਔਰ ਜਿਨ੍ਹਾਂ ਨੇ ਹੰਗਤਾ ਤੇ ਮਮਤਾ ਦੀ ਬਿਰਤੀ ਨੂੰ ਤਿਆਗ ਦਿੱਤਾ ਹੈ, ਤਿਨ ਸੰਤਨ ਕਰ ਬੰਦਨਾ, ਕਰਹੁ ਕਥਾ ਉਚਾਰ। ਜਿਨ੍ਹਾਂ ਨੇ ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ, ਐਸੀ ਅਵਸਥਾ ਨੂੰ ਧਾਰਨ ਕੀਤਾ। ਇਹੋ ਜਿਹੇ ਜਿਹੜੇ ਮਹਾਂਪੁਰਸ਼ ਨੇ, ਐਸੇ ਜਿਹੜੇ ਸੰਤ ਹਨ, ਐਸੇ ਜਿਹੜੇ ਮਹਾਤਮਾ ਹਨ, ਉਹਨਾਂ ਮਹਾਂਪੁਰਸ਼ਾਂ, ਉਹਨਾਂ ਸੰਤਾਂ ਦੇ ਚਰਨਾਂ ਤੇ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸੀਸ ਧਰ ਕੇ ਬੰਦਨਾ ਕਰਦਾ ਹਾਂ। ਉਹਨਾਂ ਦੇ ਪਵਿੱਤਰ ਚਰਨਾਂ ਤੇ ਮੈਂ ਪ੍ਰਣਾਮ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਕਰਹੁ ਕਥਾ ਉਚਾਰ। ਉਹਨਾਂ ਦੇ ਚਰਨਾਂ ਤੇ ਪ੍ਰਣਾਮ ਕਰਕੇ, ਨਮਸਕਾਰ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਜੋ ਪਵਿੱਤਰ ਪਾਵਨ ਅੰਮ੍ਰਿਤਮਈ ਕਥਾ ਹੈ, ਉਹ ਹੁਣ ਮੈਂ ਪ੍ਰਾਰੰਭ ਕਰਦਾ ਹਾਂ। ਹੇ ਸਰੋਤਾ ਜਨੋ, ਧਿਆਨ ਨਾਲ
ਪਿਆਰ ਨਾਲ ਸਤਿਗੁਰਾਂ ਦੀ ਕਥਾ ਸਰਵਣ ਕਰੋ। ਚੌਪਈ ਸੁਨ ਸ਼੍ਰੀ ਅੰਗਦ ਜਨ ਮਨ ਰੰਜਨ। ਇਹ ਕਥਾ ਬ੍ਰਹਮ ਗਿਆਨੀ ਭਾਈ ਬਾਲਾ ਜੀ ਸੁਣਾ ਰਹੇ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ। ਕਹਿੰਦੇ, ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਆਪਣਿਆਂ ਦਾਸਾਂ ਤੇ ਸੇਵਕਾਂ ਦੇ ਹਿਰਦਿਆਂ ਨੂੰ ਖੇੜਾ ਪ੍ਰਦਾਨ ਕਰਨ ਵਾਲੇ ਗਰੀਬ ਨਵਾਜ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ, ਗਮਨੇ ਗੁਰੂ ਦੀਨ ਦੁਖ ਭੰਜਨ। ਆਪ ਦੀ ਕਥਾ ਸੁਣੋ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭੂਟਾਨ ਆਦਿਕ ਨਗਰਾਂ ਨੂੰ ਤਾਰਦੇ ਹੋਏ ਚਲਦੇ ਚਲਦੇ ਅਨੇਕਾਂ ਪ੍ਰਾਣੀਆਂ ਨੂੰ ਮੁਕਤ ਕਰਦਿਆਂ ਜਾ ਰਹੇ ਹਨ। ਜਾਏ ਪਹਾੜਨ ਕਰਤੇ ਸੈਲਾ। ਪਹਾੜੀ ਇਲਾਕਾ ਹੈ, ਦੂਰ ਤੱਕ ਪਹਾੜਾਂ ਦਾ ਫੈਲਾਓ ਹੈ। ਪਹਾੜੀ ਪਹਾੜ ਦੇ ਉਹਨਾਂ ਪਹਾੜਾਂ ਦੀ ਸੈਲ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ ਹਨ। ਚਲ ਹੈ ਸੁਗਮ ਅਗਮ ਜੋ ਗੈਲਾ। ਕਿਉਂਕਿ ਪਹਾੜੀ ਰਸਤਾ ਹੈ, ਕਿਤੇ ਸੁਖਾਲਾ ਰਾਹ ਵੀ ਆ ਜਾਂਦਾ ਹੈ ਤੇ ਕਿਤੇ ਬੜਾ ਦੁਰਗਮ ਰਾਹ ਵੀ ਆਉਂਦਾ ਹੈ। ਪਹਾੜਾਂ ਵਿੱਚੋਂ ਲੰਘ ਕੇ ਜਾਣਾ ਹੈ, ਕਿਤੇ ਸੁਖਾਲਾ ਰਸਤਾ ਹੈ, ਸੁਖੱਲਾ ਰਸਤਾ, ਉੱਥੋਂ ਲੰਘਦੇ ਨੇ ਸਤਿਗੁਰੂ। ਕਦੇ ਪਹਾੜਾਂ ਵਿੱਚ ਬੜੀਆਂ ਬੜੀਆਂ ਨਿੱਕੀਆਂ ਨਿੱਕੀਆਂ ਪੱਗ ਡੰਡੀਆਂ ਆਉਂਦੀਆਂ ਨੇ, ਬੜਾ ਦੁਰਗਮ ਜਿਹਾ ਔਖਾ ਜਿਹਾ ਰਾਹ ਹੁੰਦਾ ਹੈ, ਉੱਥੋਂ ਵੀ ਸਤਿਗੁਰੂ ਜੀ ਲੰਘ ਕੇ ਜਾ ਰਹੇ ਹਨ। ਜੋ ਕਸ਼ਮੀਰ ਕਹਾਵਤ ਦੇਸ਼ਾ। ਚਲਦਿਆਂ ਚਲਦਿਆਂ ਇਸ ਧਰਤੀ ਦਾ ਸਵਰਗ ਕਹਾਣ ਵਾਲੀ ਨਗਰੀ ਕਸ਼ਮੀਰ, ਜਿਸ ਨੂੰ ਬੜਾ ਸੁੰਦਰ ਦੇਸ਼ ਕਿਹਾ ਜਾਂਦਾ ਹੈ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚਲਦਿਆਂ ਚਲਦਿਆਂ ਕਸ਼ਮੀਰ ਦੇਸ਼ ਪਹੁੰਚੇ ਹਨ। ਤਹਾਂ ਜਾਏ ਪਹੁੰਚੇ ਜਗਤੇਸ਼ਾ। ਜਗਤ ਦੇ ਈਸ਼ਵਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਸ਼ਮੀਰ ਪਹੁੰਚੇ ਹਨ। ਇੱਕ ਪਹਾੜ ਇੱਕ ਪੁਰੀ ਸਮੀਪਾ। ਕਸ਼ਮੀਰ ਵਿੱਚ ਇੱਕ ਉੱਚਾ ਪਹਾੜ ਹੈ, ਉਸ ਪਹਾੜ ਦੇ ਨੇੜੇ ਇੱਕ ਨਗਰੀ ਹੈ, ਇੱਕ ਪੁਰ ਹੈ। ਬੈਠ ਗਏ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਦੀਪ, ਬੇਦੀ ਕੁਲ ਸ਼੍ਰੋਮਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਪਹਾੜ ਦੇ ਨਾਲ ਵਸਦੇ ਹੋਏ ਨਗਰ ਦੇ ਬਾਹਰ ਆਣ ਕੇ ਬੈਠੇ ਹਨ। ਦਵਾਦਿਸ਼ ਬਾਸੁਰ ਤਹਾਂ ਬਿਤਾਏ। ਨਗਰ ਦੇ ਬਾਹਰ ਬੈਠੇ ਨੇ, ਪਹਾੜ ਹੈ ਨੇੜੇ, ਔਰ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਬੈਠਿਆਂ ਬੈਠਿਆਂ ਤਕਰੀਬਨ 12 ਦਿਨ ਤੇ 12 ਰਾਤਾਂ ਬੀਤ ਗਈਆਂ ਹਨ। ਉੱਥੇ ਹੀ ਬੈਠਿਆਂ 12 ਦਿਨ ਤੇ 12 ਰਾਤਾਂ ਬੀਤ ਗਈਆਂ ਹਨ। ਕੋ ਨਾ ਆਇਓ ਨ ਕਿਨਹੂ ਬੁਲਾਏ। ਨਗਰ ਦੇ ਵਿੱਚੋਂ ਨਾ ਕੋਈ ਸਤਿਗੁਰੂ ਜੀ ਨੂੰ ਮਿਲਣ ਆਇਆ ਤੇ ਨਾ ਹੀ ਸਤਿਗੁਰੂ ਜੀ ਨੇ ਕਿਸੇ ਨੂੰ ਸੱਦਾ ਭੇਜਿਆ ਬੁਲਾਉਣ ਵਾਸਤੇ। ਤਰੋਦਸ਼ਵੋਂ ਦਿਨ ਜਬ ਉਜਿਆਰਾ। ਜਦੋਂ 12ਵੀਂ ਰਾਤ ਬੀਤ ਗਈ, 13ਵਾਂ ਦਿਨ ਚੜਿਆ, ਸੂਰਜ ਉਦੇ ਹੋਇਆ, ਤਬ ਇੱਕ ਆਇਓ ਦੁੰਭਨ ਚਾਰਾ। ਤੇ ਇੰਨੇ ਨੂੰ ਦੂੰਬੇ ਚਾਰਨ ਵਾਸਤੇ, ਜਿਵੇਂ ਛਤਰੇ ਹੁੰਦੇ ਦੂੰਬੇ, ਉਹਨਾਂ ਨੂੰ ਚਾਰਨ ਵਾਸਤੇ ਇੱਕ ਆਜੜੀ ਅਯਾਲੀ ਉਧਰ ਆ ਪਹੁੰਚਿਆ। ਸਤਿਗੁਰੂ ਜੀ ਬਾਰ-ਬਾਰ ਹੀ ਬੈਠੇ ਸਨ ਨਗਰ ਤੋਂ ਇਕਾਂਤ ਵਿੱਚ। 12 ਦਿਨ ਬੀਤ ਗਏ, 13ਵੇਂ ਦਿਨ ਉੱਥੇ ਇੱਕ ਅਯਾਲੀ ਦੂੰਬੇ ਚਾਰ ਦਾ ਛਤਰੇ ਚਾਰ ਦਾ ਪਹੁੰਚਿਆ। ਹਮਕੋ ਬੈਠੇ ਪਿਕ ਬਿਸਮਾਨੀਓ। ਭਾਈ ਬਾਲਾ ਜੀ ਕਹਿੰਦੇ ਉਸ ਅਯਾਲੀ ਨੇ ਸਾਨੂੰ ਵੇਖਿਆ ਬੈਠਿਆਂ, ਸਾਨੂੰ ਬੈਠਿਆਂ ਵੇਖ ਕੇ ਇੱਕ ਵਾਰੀ ਉਹ ਚਕਰਤ ਜਿਹਾ ਹੋਇਆ, ਹੈਰਾਨ ਜਿਹਾ ਹੋਇਆ। ਬੋਰੋਂ ਮੁਖ ਦੁਰਬਚਨ ਬਖਾਨੀਓ। ਹੈਰਾਨ ਹੋ ਕੇ ਉਹ ਆਜੜੀ ਬੋਲਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੱਲ, ਭਾਈ ਬਾਲਾ ਤੇ ਭਾਈ ਮਰਦਾਨਾ ਜੀ ਵੱਲ ਵੇਖ ਕੇ ਉਹਨੇ ਹੋਰ ਤਾਂ ਕੀ ਕਹਿਣਾ ਸੀ, ਹਾਲ ਚਾਲ ਤਾਂ ਕੀ ਪੁੱਛਣਾ ਸੀ, ਸਗੋਂ ਦੁਰਬਚਨ ਬੋਲਣ ਲੱਗਾ, ਕੁਬੋਲ ਬੋਲਣ ਲੱਗਾ, ਜਿਹੜੇ ਉਹਨੂੰ ਨਹੀਂ ਸਨ ਬੋਲਣੇ ਚਾਹੀਦੇ। ਕੋ ਤੁਮ ਬੈਠੇ ਬੀਚ ਉਜਾਰਾ। ਵੇਖ ਕੇ ਬੋਲਿਆ ਸਤਿਗੁਰਾਂ ਨੂੰ, ਭਾਈ ਬਾਲੇ ਮਰਦਾਨੇ ਨੂੰ, ਕਹਿੰਦਾ ਉਹ ਕੌਣ ਹੋ, ਇੱਥੇ ਉਜਾੜ 'ਚ ਬੈਠੇ ਹੋ ਤੁਸੀਂ। ਗੁੱਸੇ ਵਿੱਚ ਨਾ ਜਿਵੇਂ ਬੜਾ ਰੋਹਬ ਪਾ ਕੇ ਉਹ ਆਜੜੀ ਕਹਿਣ ਲੱਗਾ, ਉਹ ਕੌਣ ਹੋ ਤੁਸੀਂ, ਇੱਥੇ ਉਜਾੜ ਦੇ ਵਿੱਚ ਆ ਕੇ ਬੈਠੇ ਹੋ। ਆਹੋ ਚੋਰ ਕਹਿ ਦੋ ਬਟ ਪਾਰਾ। ਕਹਿੰਦਾ ਚੋਰ ਤਾਂ ਨਹੀਂ ਤੁਸੀਂ ਕੋਈ, ਮੈਨੂੰ ਤਾਂ ਚੋਰ ਜਾਪਦੇ ਹੋ, ਜਾਂ ਮੈਨੂੰ ਏਦਾਂ ਜਾਪਦਾ ਤੁਸੀਂ ਰਾਹ ਮਾਰ ਹੋ, ਵੀ ਜਿਹੜਾ ਇੱਥੇ ਰਸਤੇ 'ਚ ਆਉਂਦਾ ਉਹਨੂੰ ਲੁੱਟਦੇ ਹੋਣੇ ਹੋ ਤੁਸੀਂ। ਏਦਾਂ ਬੋਲਿਆ। ਕਹਿ ਕੋ ਤਕੋ ਮਾਲ ਲੈ ਜਾਨੀ। ਕਿਹਦੇ ਤੇ ਤੱਕ ਰੱਖੀ ਆ, ਕਿਹਦਾ ਮਾਲ ਲੁੱਟਣ ਵਾਸਤੇ ਬੈਠੇ ਹੋ, ਦੱਸੋ ਤੇ ਸੱਚੋ ਸੱਚ। ਏਦਾਂ ਬੜਾ ਕਰੂਰ ਜੇ ਸੁਭਾਅ ਨਾਲ ਉਹ ਅਯਾਲੀ ਕਹਿੰਦਾ ਦੱਸੋ ਤੁਸੀਂ ਚੋਰ ਹੋ
ਰਾਹ ਮਾਰ ਹੋ ਜਾਂ ਕਿਸੇ ਦੇ ਮਾਲ ਤੇ ਤੱਕ ਰੱਖੀ ਆ ਵੀ ਕਿਸੇ ਦਾ ਮਾਲ ਖੋਹ ਕੇ ਲੈ ਕੇ ਜਾਣਾ ਹੈ। ਪ੍ਰਗਟ ਹੋਣ ਤੇ ਆਨ ਦੁਰਾਨੇ, ਤੇ ਤੁਸੀਂ ਪ੍ਰਗਟ ਹੋਣ ਦੀ ਬਜਾਏ ਇੱਥੇ ਜੰਗਲ ਜੇ ਵਿੱਚ ਉਜਾੜ ਵਿੱਚ ਲੁਕ ਕੇ ਬੈਠੇ ਹੋ। ਜ਼ਰੂਰ ਤੁਸੀਂ ਚੋਰ ਹੀ ਹੋ ਸਕਦੇ ਹੋ ਜਾਂ ਰਾਹ ਮਾਰ ਹੀ ਹੋ ਸਕਦੇ ਹੋ। ਜੇ ਤੁਮ ਹੋਤੇ ਫਕੀਰੇ ਸਾਚੀ, ਕਹਿੰਦਾ ਜੇ ਤੁਸੀਂ ਹੁੰਦੇ ਫਕੀਰ, ਸੱਚੇ ਫਕੀਰ ਹੁੰਦੇ, ਪੁਰ ਤੇ ਭਿਖਿਆ ਕਰਤੇ ਜਾਚੀ, ਤੇ ਤੁਸੀਂ ਨਗਰ ਵਿੱਚ ਆਉਣਾ ਸੀ ਤੇ ਨਗਰ ਵਿੱਚ ਆ ਕੇ ਭਿਖਿਆ ਮੰਗਣੀ ਸੀ, ਕਿਉਂਕਿ ਫਕੀਰ ਤਾਂ ਨਗਰਾਂ 'ਚ ਜਾ ਕੇ ਭਿਖਿਆ ਮੰਗਦੇ ਆ। ਕਹਿੰਦਾ ਜੇ ਤੁਸੀਂ ਸੱਚ ਦੇ ਫਕੀਰ ਹੁੰਦੇ ਤਾਂ ਤੁਸੀਂ ਸਾਡੇ ਨਗਰ ਵਿੱਚ ਆ ਕੇ ਭਿਖਿਆ ਮੰਗ ਕੇ ਖਾਂਦੇ। ਬੇਕ ਫਕੀਰ ਤਰਿਓ ਤਨ ਮਾਈ, ਕਹਿੰਦਾ ਤੁਹਾਡਾ ਭੇਖ ਤਾਂ ਫਕੀਰਾਂ ਵਾਲਾ, ਤੁਸੀਂ ਲਿਬਾਸ ਤਾਂ ਫਕੀਰਾਂ ਵਾਲਾ ਧਾਰਨ ਕੀਤਾ ਹੋਇਆ ਹੈ। ਸਾਚੇ ਤੁਮ ਫਕੀਰ ਹੋ ਨਾਹੀ, ਪਰ ਤੁਸੀਂ ਸੱਚੇ ਫਕੀਰ ਨਹੀਂ, ਮੈਨੂੰ ਤਾਂ ਤੁਸੀਂ ਕੋਈ ਚੋਰ ਜਾਂ ਰਾਹ ਮਾਰ ਲੱਗਦੇ ਹੋ। ਇਸ ਬੇਵਕੂਫ ਅਯਾਲੀ ਨੂੰ ਇਹ ਨਹੀਂ ਸੀ ਪਤਾ, ਇਹ ਸੱਭਿਅਕ ਨਹੀਂ ਸੀ ਕਿ ਇਹਨੂੰ ਫਕੀਰੀ ਲਿਬਾਸ ਵੇਖ ਕੇ ਸਮਝ ਜਾਣਾ ਚਾਹੀਦਾ ਸੀ ਕਿ ਇਕਾਂਤ ਵਿੱਚ ਬੈਠੇ ਕੋਈ ਫਕੀਰ ਹੋ ਸਕਦੇ ਹਨ। ਪਰ ਇਹਨੇ ਹੰਕਾਰ ਦੇ ਘੋੜੇ ਤੇ ਸਵਾਰ ਹੋ ਕੇ ਬੇਅਦਬੀ ਭਰੇ ਬੋਲ ਬੋਲੇ ਸਤਿਗੁਰਾਂ ਦੇ ਸਨਮੁਖ। ਕਹਿੰਦਾ ਤੁਸੀਂ ਇਹ ਫਕੀਰੀ ਦਾ ਲਿਬੇਸ ਬਾਹਰੋਂ ਧਾਰਨ ਕੀਤਾ ਹੋਇਆ ਲਿਬਾਸ, ਮੈਨੂੰ ਤੁਸੀਂ ਸੱਚੇ ਫਕੀਰ ਨਹੀਂ ਲੱਗਦੇ, ਤੁਸੀਂ ਜ਼ਰੂਰ ਕੋਈ ਪਖੰਡੀ ਦੰਭੀ ਹੋ। ਸੁਨ ਕੇ ਬਿਗਸੇ ਮੰਦ ਕਿਰਪਾਲਾ, ਇਹਦੇ ਹਾਲਾਤ ਵੇਖ ਕੇ, ਇਹਦੀ ਦਸ਼ਾ ਵੇਖ ਕੇ ਸਤਿਗੁਰਾਂ ਨੂੰ ਇਹਦੇ ਤੇ ਗੁੱਸਾ ਨਹੀਂ ਆਇਆ ਕਿ ਜਿਵੇਂ ਜੇ ਕਬੋਲ ਇਹਨੇ ਬੋਲੇ ਨੇ, ਮਹਾਰਾਜ ਜੀ ਬੀਰਸ ਵਿੱਚ ਨਹੀਂ ਆਏ। ਸਤਿਗੁਰੂ ਜੀ ਨੇ ਸਗੋਂ ਇਹਦੇ ਤੇ ਤਰਸ ਜਿਹਾ ਹੀ ਕੀਤਾ ਤੇ ਮਹਾਰਾਜ ਜੀ ਹੱਸ ਪਏ, ਜਿਵੇਂ ਕਿਸੇ ਦੀ ਮੂਰਖਤਾ ਤੇ ਹੱਸੀ ਦਾ ਹੁੰਦਾ ਹੈ। ਮਹਾਰਾਜ ਜੀ ਇਹਦੀ ਮੂਰਖਤਾ ਤੇ ਵੇਖ ਕੇ ਹੱਸ ਪਏ ਤੇ ਹੱਸਦਿਆਂ ਹੋਇਆਂ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਕਿਉਂ ਤੁਝ ਚਿੰਤਾ ਬੜੀ ਵਿਸਾਲਾ। ਮਹਾਰਾਜ ਜੀ ਕਹਿੰਦੇ, ਸੱਜਣਾ ਤੂੰ ਕਿਉਂ ਚਿੰਤਾ ਤੁਰ ਹੋ ਰਿਹਾ? ਤੈਨੂੰ ਕਿਸ ਗੱਲ ਦਾ ਫਿਕਰ ਪੈ ਗਿਆ? ਤੈਨੂੰ ਕਿਸ ਗੱਲ ਦੀ ਚਿੰਤਾ ਪੈ ਗਈ ਹੈ? ਜੈ ਦੁੰਬੇ ਚਾਰਨ ਕੋ ਛੋਰੇ, ਜਾ ਜਿਹੜਾ ਕੰਮ ਕਰਨ ਆਇਆ ਉਹ ਕਰ, ਆਪਣਾ ਦੁੰਬੇ ਚਾਰਨ ਜਿੱਥੇ ਛੱਡ ਕੇ ਆਇਆ। ਜਾਏ ਸਮਾਰ ਲਿਓ ਤੈਂ ਠੋਰੇ, ਜਾ ਕੇ ਆਪਣੇ ਦੁੰਬੇ ਸੰਭਾਲ, ਜਿਹੜੇ ਫਿਰਦੇ ਛੱਡ ਕੇ ਆਇਆ। ਤੂੰ ਸਾਡੇ ਕੋਲੋਂ ਕੀ ਲੈਣਾ ਬਈ? ਤੈਨੂੰ ਕਾਹਦੀ ਚਿੰਤਾ? ਤੇਰੀ ਭੂਮੀ ਨਹੀਂ ਦੱਬ ਕੇ ਬੈਠੇ ਅਸੀਂ, ਤੈਨੂੰ ਅਸੀਂ ਸੱਦ ਕੇ ਕੁਝ ਆਖਿਆ ਨਹੀਂ। ਮਹਾਰਾਜ ਜੀ ਕਹਿੰਦੇ, ਜਾ ਭਾਈ, ਜਿਹੜੇ ਕੰਮ ਕਰਨ ਆਇਆ ਤੂੰ ਦੁੰਬੇ ਚਾਰਨ ਆਇਆ, ਜਾ ਕੇ ਆਪਣੇ ਦੁੰਬੇ ਸੰਭਾਲ ਜਿੱਥੇ ਛੱਡ ਕੇ ਆਇਆ ਚਰਨ ਵਾਸਤੇ। ਇਹ ਤੇਰੇ ਉਰ ਦਇਆ ਨ ਆਈ, ਤੇਰੇ ਮਨ 'ਚ ਦਇਆ ਨਹੀਂ ਕਿ ਇੱਥੇ ਫਕੀਰ ਬੈਠੇ ਆ, ਪਤਾ ਨਹੀਂ ਕਿੰਨੇ ਦਿਨਾਂ ਤੋਂ ਬੈਠੇ ਹੋਣਗੇ। ਤੇਰੇ ਮਨ 'ਚ ਕਰੁਣਾ ਨਹੀਂ, ਦਇਆ ਨਹੀਂ। ਕਰੀਏ ਸੰਤਨ ਸੇਵਾ ਚਾਈ, ਤੈਨੂੰ ਤਾਂ ਸਾਨੂੰ ਵੇਖ ਕੇ ਸੇਵਾ ਕਰਨੀ ਚਾਹੀਦੀ ਸੀ ਵੀ ਫਕੀਰੀ ਦੇ ਲਿਬਾਸ ਵਿੱਚ ਕੋਈ ਮਹਾਤਮਾ ਬੈਠੇ ਨੇ, ਸੰਤ ਬੈਠੇ ਨੇ, ਇਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਸੇਵਾ ਕਰਨ ਦੀ ਬਜਾਏ ਤੂੰ ਕਬੋਲ ਬੋਲ ਰਿਹਾ ਹੈ। ਬੋਰੋ ਕਹਿਤ ਦੋਖ ਕੇ ਬੈਨਾ, ਫਿਰ ਸਾਡੇ ਤੇ ਦੋਸ਼ ਆਰੋਪ ਰਿਹਾ, ਦੋਸ਼ ਦੇ ਬੋਲ ਬੋਲ ਰਿਹਾ ਹੈ। ਹਿਰਦੇ ਪਰਮੇਸ਼ਰ ਕੋ ਪੈਨਾ, ਤੈਨੂੰ ਰੱਬ ਦਾ ਭੈ ਨਹੀਂ ਹੈ, ਪਰਮੇਸ਼ਰ ਦਾ ਡਰ ਨਹੀਂ, ਖੌਫ ਨਹੀਂ, ਪਰਮੇਸ਼ਰ ਦੇ ਭੈ ਤੋਂ ਬਿਨਾਂ ਹੀ ਟੁਰਿਆ ਫਿਰਦਾ। ਤੇਰੇ ਅੰਦਰ ਦਇਆ ਚਾਹੀਦੀ ਸੀ ਕਿ ਫਕੀਰੀ ਲਿਬਾਸ ਵਿੱਚ ਕੁਝ ਬੈਠੇ ਆ ਮਹਾਤਮਾ ਤੇ ਉਹਨਾਂ ਦੀ ਸੇਵਾ ਟਹਿਲ ਕਰਾਂ। ਤੂੰ ਸੇਵਾ ਤਾਂ ਕਿਤੇ ਕਰਨੀ ਸੀ, ਆ ਕੇ ਕਬੋਲ ਬੋਲ ਰਿਹਾ, ਕੁਰਖਤ ਬੋਲ ਬੋਲ ਰਿਹਾ। ਸੁਨਤ ਇਆਲ ਗਿਓ ਤੈਂ ਓਰੇ, ਤੈਨੂੰ ਰੱਬ ਦਾ ਭੈ ਨਹੀਂ ਆਉਂਦਾ? ਜਦੋਂ ਪਾਤਸ਼ਾਹ ਨੇ ਏਦਾਂ ਜਵਾਬ ਦਿੱਤਾ ਨਾ, ਥੋੜਾ ਜਿਹਾ ਵੀ ਹੁਣ ਬੋਲੀ ਇਹਦੀ ਵੀ ਅੱਗੋਂ ਉਸ ਤਰ੍ਹਾਂ ਦੀ ਹੋ ਗਈ। ਪਹਿਲਾਂ ਤਾਂ ਬੋਲਿਆ ਸਖਤ ਜਿਹਾ, ਪਰ ਜਿਹੋ ਜਿਹੀ ਟੂਨ ਵਿੱਚ ਕੋਈ ਬੋਲੇ, ਉਸੇ ਟੂਨ 'ਚ ਅੱਗੋਂ ਜਵਾਬ ਮਿਲ ਜੇ ਤੇ ਅਗਲਾ ਸਮਝ ਜਾਂਦਾ ਵੀ ਭਾਈ ਇੱਥੇ ਸੰਭਲ ਕੇ ਗੱਲ ਕਰਨੀ ਚਾਹੀਦੀ ਹੈ। ਤੋ ਉਸ ਵਕਤ ਉੱਥੋਂ ਇਹ ਵਾਪਸ ਪਰਤ ਗਿਆ, ਵਾਪਸ ਮੁੜ ਗਿਆ। ਜੈਠਾ ਦੁੰਬੇ ਚਰਨੇ ਛੋਰੇ, ਜਿੱਥੇ ਆਪਣੇ ਦੁੰਬੇ ਚਰਨ ਵਾਸਤੇ ਛੱਡ ਕੇ ਆਇਆ ਸੀ। ਜਬਈ ਜਾਏ ਬਿਲੋਕਨ ਕੀਨੇ, ਜਦੋਂ ਜਾ ਕੇ ਨੇ ਆਪਣੇ ਦੁੰਬੇ ਵੇਖੇ, ਪਰੇ ਤਰਾ ਪਰ ਪ੍ਰਾਨ ਨਹੀਂ ਨੇ। ਕੀ ਵੇਖਿਆ ਕਿ ਜਿੰਨੇ ਦੁੰਬੇ ਸੀ ਸਾਰੀ ਜ਼ਮੀਨ ਤੇ ਮਰੇ ਪਏ ਨੇ। ਜਦੋਂ ਗਿਆ ਨਾ ਵਾਪਸ ਜਿੱਥੇ ਦੁੰਬੇ ਚਰਨ ਛੱਡ ਕੇ ਆਇਆ ਸੀ, ਇਹ ਕੁਦਰਤ ਨੇ ਇਹਨੂੰ ਦੰਡ ਦਿੱਤਾ। ਇਹ ਨਹੀਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮਾਰ ਦਿੱਤੇ ਆ ਇਹਦੇ ਦੁੰਬੇ।
ਸਤਿਗੁਰੂ ਦੀਨ ਦਿਆਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੇ ਜਦੋਂ ਉਹਨਾਂ ਦਾ ਆ ਕੇ ਨੇ ਨਰਾਦਰ ਕੀਤਾ ਤੇ ਫਿਰ ਕੁਦਰਤ ਕਰੋਪੀ ਕਰਦੀ ਹੈ। ਕੁਦਰਤ ਨੇ ਇਹਨੂੰ ਦੰਡ ਦਿੱਤਾ। ਜਿੰਨੇ ਦੂੰਬੇ ਸਨ ਉਹ ਸਾਰੇ ਦੂੰਬੇ ਦੇ ਮਰੇ ਪਏ ਹਨ। ਦੇਖਤ ਹੀ ਹਿਰਦੇ ਬਿਸਮਾਨਿਓ, ਜਦੋਂ ਇੱਕ ਨਹੀਂ ਦੋ ਨਹੀਂ ਸਾਰੇ ਦੂੰਬੇ ਮਰੇ ਪਏ ਵੇਖੇ, ਵੇਖ ਕੇ ਇੱਕਦਮ ਚੱਕਰਤ ਹੋ ਗਿਆ, ਹੈਰਾਨ ਹੋ ਗਿਆ। ਪਾ ਅਚਰਜ ਕੁਛ ਜਾਏ ਨਾ ਜਾਣਿਓ, ਬੜਾ ਅਚਰਜ ਹੋਇਆ, ਹੈਰਾਨ ਹੋਇਆ ਵੀ ਹੋਇਆ ਕੀ ਹੈ, ਸਮਝ ਨਹੀਂ ਆਈ ਇਹ ਕੀ ਭਾਣਾ ਵਰਤਿਆ। ਜੇ ਦੁੰਬਨ ਕੇ ਖਾਵੰਦ ਅਹੈ ਹੂੰ, ਸੋਚ ਇਹ ਨੌਕਰ ਸੀ, ਦੂੰਬੇ ਕਿਸੇ ਮਾਲਕ ਦੇ ਹੋਰ ਦੇ ਸਨ, ਇਹ ਚਾਰਨ ਆਇਆ ਹੋਇਆ ਸੀ। ਕਹਿੰਦਾ ਜਿਹੜਾ ਇਹਨਾਂ ਦੂੰਬਿਆਂ ਦਾ ਖਾਵਨ ਦਾ ਮਾਲਕ ਹੈ, 300 ਜਾਏ ਬੈਨ ਕੋ ਕਹਿਹੂੰ, ਉਹਨੂੰ ਹੁਣ ਮੈਂ ਕੀ ਜਵਾਬ ਦੇਵਾਂਗਾ। ਇੱਕ ਦੂੰਬਾ ਮਰਦਾ, ਦੋ ਮਰਦਾ, ਮੈਂ ਬਹਾਨਾ ਲਾ ਕੇ ਕਹਿ ਸਕਦਾ ਸੀ ਵੀ ਇਹ ਘਟਨਾ, ਇੱਥੇ ਸਾਰੇ ਹੀ ਮਰ ਗਏ, ਹੁਣ ਮੈਂ ਕੀ ਜਾ ਕੇ ਕਹਾਂਗਾ, ਉਹਨੂੰ ਕੀ ਜਵਾਬ ਦੇਵਾਂਗਾ। ਬਾਂਧ ਲਈ ਮੇਰੋ ਪਰਵਾਰਾ, ਉਹ ਤਾਂ ਬੜਾ ਕੁਰਖਤ ਹੈ ਜਿਹੜਾ ਮੇਰਾ ਮਾਲਕ ਹੈ, ਉਹ ਤਾਂ ਮੇਰੇ ਸਣੇ ਮੇਰਾ ਸਾਰਾ ਟੱਬਰ ਬੰਨ ਲਵੇਗਾ, ਸਾਰਿਆਂ ਨੂੰ ਬੰਧਨ ਚ ਪਾ ਲਵੇਗਾ। ਤਿਨ ਤੇ ਕਰੇ ਕੌਣ ਛੁਟਕਾਰਾ, ਉਹਨਾਂ ਤੋਂ ਮੇਰਾ ਛੁਟਕਾਰਾ ਕੌਣ ਕਰਾਵੇਗਾ, ਮੈਂ ਉਹਨਾਂ ਤੋਂ ਕਿਵੇਂ ਛੁਟਾਂਗਾ। ਮੂਰਖ ਅਧਿਕ ਬਿਸੂਰਨ ਲਾਗਾ, ਇਹ ਮੂਰਖ ਇਆਲੀ ਹੁਣ ਝੁਰਨ ਲੱਗਾ, ਮਨ ਹੀ ਮਨ ਬਹੁਤ ਜ਼ਿਆਦਾ ਝੁਰਨ ਲੱਗਾ, ਚਿੰਤਾਤੁਰ ਹੋ ਕੇ। ਚਿੰਤਾ ਕਰਤ ਧੀਰ ਉਰ ਭਾਗਾ, ਚਿੰਤਾ ਕਰਦੇ ਦੇ ਮਨ ਚੋਂ ਧੀਰਜ ਚਲਾ ਗਿਆ। ਕਰਤ ਵਿਚਾਰ ਹਿਰਦੇ ਆਸਿਆਈ, ਵਿਚਾਰ ਕਰਦਿਆਂ ਕਰਦਿਆਂ ਫਿਰ ਇਹਦੇ ਮਨ 'ਚ ਖਿਆਲ ਆਇਆ, ਮੈਂ ਸੰਤਨ ਸੋ ਪਰੁਖ ਅਲਾਈ। ਕਹਿਣ ਲੱਗਾ ਓਹੋ, ਉਹ ਜਿਹੜੇ ਸੰਤ ਬੈਠੇ ਨੇ ਜਿਨ੍ਹਾਂ ਨੂੰ ਮੈਂ ਔਖਾ ਭਾਰਾ ਹੋ ਕੇ ਆਇਆ, ਜਿਨ੍ਹਾਂ ਨੂੰ ਮੈਂ ਕਰੜੇ ਸ਼ਬਦ ਬੋਲ ਕੇ ਆਇਆ ਹਾਂ, ਤੈਂ ਦੁਖਾਏ ਮੈਂ ਇਹ ਫਲ ਪਾਵਾ। ਮੈਂ ਪਰਮੇਸ਼ਰ ਦੇ ਸੰਤਾਂ ਨੂੰ ਦੁਖਾਇਆ, ਇਸ ਕਰਕੇ ਪਰਮੇਸ਼ਰ ਨੇ ਮੇਰੇ ਸਾਰੇ ਦੂੰਬੇ ਮਾਰ ਦਿੱਤੇ ਹੈ ਤੇ ਮੈਨੂੰ ਹੁਣ ਇਹ ਭਰਪਾਈ ਕਰਨੀ ਪਵੇਗੀ। ਜਿਹੜੇ ਇਹਨਾਂ ਦੂੰਬਿਆਂ ਦੇ ਖਾਵੰਦ ਮਾਲਕ ਨੇ ਉਹਨਾਂ ਨੇ ਤਾਂ ਮੇਰੀ ਜਿੰਦ ਨਹੀਂ ਛੱਡਣੀ, ਮੇਰਾ ਟੱਬਰ ਬੰਨ ਲੈਣਾ ਨਾਲ। ਇਹ ਦੰਡ ਮੈਨੂੰ ਇਸ ਗੱਲ ਦਾ ਮਿਲਿਆ ਕਿ ਮੈਂ ਉਹਨਾਂ ਮਹਾਂਪੁਰਸ਼ਾਂ ਸੰਤਾਂ ਨੂੰ ਦੁਖੀ ਕਰਕੇ ਆਇਆ ਹਾਂ। ਕਰ ਨਿਰਣੇ ਐਸੀ ਠਹਿਰਾਵਾ, ਮਨ 'ਚ ਇਸ ਤਰ੍ਹਾਂ ਦਾ ਨਿਰਣਾ ਕਰਕੇ ਵੀ ਇਹ ਦੰਡ ਮੈਨੂੰ ਉਸੇ ਗੱਲ ਦਾ ਹੀ ਮਿਲਿਆ। ਤੂਰਨ ਦੌਰ ਜੇ ਬਹੁ ਅਕੁਲਾਵਾ, ਬੜਾ ਵਿਆਕੁਲ ਹੋ ਕੇ ਦੌੜ ਕੇ ਵਾਪਸ ਉੱਥੇ ਆਇਆ ਜਿੱਥੇ ਦੀਨ ਦਿਆਲ ਸਤਿਗੁਰੂ ਜੀ ਬੈਠੇ ਸਨ। ਆਏ ਗੁਰੂ ਪਗ ਸੀਸ ਝੁਕਾਵਾ, ਆ ਕੇ ਸਤਿਗੁਰਾਂ ਦੇ ਚਰਨਾਂ ਤੇ ਕੁਝ ਸਮਾਂ ਪਹਿਲਾਂ ਜਿਹੜਾ ਮਹਾਰਾਜ ਜੀ ਨੂੰ ਬੁਰੇ ਭਲੇ ਬੋਲ ਬੋਲ ਕੇ ਗਿਆ ਸੀ, ਵਾਪਸ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਕੇ ਮੱਥਾ ਟੇਕਦਾ, ਨਮਸਕਾਰ ਕਰਦਾ। ਪਰਿਓ ਰਿਓ ਨੇ ਉੱਠ ਤੇ ਉਠਾਇਓ, ਮਹਾਰਾਜ ਜੀ ਦੇ ਚਰਨਾਂ ਤੇ ਡਿੱਗਿਆ, ਮੱਥਾ ਸਤਿਗੁਰਾਂ ਦੇ ਚਰਨਾਂ ਤੇ ਧਰੀ ਰੱਖਿਆ। ਮਹਾਰਾਜ ਜੀ ਕਹਿੰਦੇ ਉੱਠ ਜਾ ਭਾਈ, ਇਹ ਉੱਠਦਾ ਨਹੀਂ। ਕਹਿੰਦਾ ਨਾ ਮਹਾਰਾਜ, ਕਿਰਪਾ ਕਰੋ ਮੈਨੂੰ ਬਖਸ਼ ਲਓ, ਬਖਸ਼ ਲੋ, ਮੈਂ ਗੁਨਹਗਾਰ ਹਾਂ, ਤੁਹਾਡਾ ਅਪਰਾਧ ਕੀਤਾ ਹੈ। ਤੈਂ ਬਿਲੋਕ ਗੁਰ ਬੈਨੀ ਅਲਾਇਓ, ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਕੋ ਕਾਰਜ ਬਿਗੜਿਓ ਹੈ ਤੇਰੋ। ਮਹਾਰਾਜ ਜੀ ਕਹਿੰਦੇ ਆ ਸਜਣਾ ਦੱਸ ਕੀ ਕੰਮ ਵਿਗੜ ਗਿਆ ਤੇਰਾ, ਕਿਹੜਾ ਕਾਰਜ ਵਿਗੜ ਗਿਆ ਜੇ ਉਹ ਇੰਨਾ ਦੁਖੀ ਹੋ ਕੇ ਆਇਆ ਹੈ। ਮੁਰ ਆਇਓ ਪੈ ਕੀਨ ਕਨੇਰੋ, ਇੰਨਾ ਡਰਿਆ ਹੋਇਆ, ਇੰਨਾ ਸਹਿਮਿਆ ਤੇ ਭੈ ਭੀਤ ਹੈ, ਕੀ ਗੱਲ ਹੈ, ਕਿਉਂ ਦੁਖੀ ਹੋਇਆ, ਕਿਹੜਾ ਕੰਮ ਤੇਰਾ ਵਿਗੜ ਗਿਆ। ਸੁਨੋ ਸੰਤ ਜੀ ਕਹਾਂ ਬਖਾਨੋ, ਕਹਿਣ ਲੱਗਾ ਸੰਤ ਜੀ ਕੀ ਦੱਸਾਂ ਮੈਂ ਆਪਣੀ ਕਰਤੂਤ, ਤੁਮ ਅੰਤਰ ਜਾਮੀ ਸਭ ਜਾਨੋ। ਮਹਾਰਾਜ ਦੱਸਾਂ ਤਾਂ ਜੇ ਤੁਹਾਨੂੰ ਨਾ ਪਤਾ ਹੋਵੇ, ਤੁਸੀਂ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ। ਤਦਪ ਆਪਨੇ ਬੂਝਨ ਕੀਨਾ, ਫਿਰ ਵੀ ਆਪ ਜੀ ਪੁੱਛਦੇ ਹੋ ਮੇਰੇ ਤੋਂ ਤੇ ਮੇਰਾ ਫਰਜ਼ ਬਣਦਾ ਕਿ ਆਪ ਜੀ ਦੇ ਪੁੱਛਣ ਅਨੁਸਾਰ ਮੈਂ ਜਵਾਬ ਦੇਵਾਂ। ਅਚਰਜ ਸੁਨੋ ਕਹੋ ਹੋਏ ਦੀਨਾ, ਸੁਣੋ ਗਰੀਬ ਨਵਾਜ ਜੀ, ਮੈਂ ਦੀਨ ਤੇ ਦੁਖੀ ਹੋ ਕੇ ਤੁਹਾਨੂੰ ਦੱਸਦਾ ਹਾਂ ਕੈਸਾ ਅਚਰਜ ਵਰਤਿਆ ਮੇਰੇ ਨਾਲ। ਮੈਂ ਥੋ ਦੁੰਬਨ ਕੇਰ ਚਰਾਵਾ, ਮਹਾਰਾਜ ਮੈਂ ਦੂੰਬਿਆਂ ਨੂੰ ਚਾਰਨ ਵਾਲਾ, ਦੂੰਬਿਆਂ ਦਾ ਚਰਵਾਹਾ ਹਾਂ, ਅਜਾਲੀ ਹਾਂ। ਤਿਨੇ ਛੋਰ ਤੁਮਰੇ ਟਿਗਿਆਵਾ, ਮੈਂ ਉਹ ਦੂੰਬੇ ਛੱਡ ਕੇ ਤੁਹਾਡੇ ਕੋਲ ਆਇਆ ਸੀ। ਜਬ ਮੈਂ ਬੋਲੇ ਬਚਨ ਕਠੋਰੇ, ਤੇ ਜਦੋਂ ਆ ਕੇ ਤੁਹਾਨੂੰ ਕਠੋਰ ਸ਼ਬਦ ਬੋਲੇ,
ਮਾ ਨਾ ਕਹਿਣ ਵਾਲੇ ਬੋਲ ਤੁਹਾਨੂੰ ਆ ਕੇ ਬੋਲੇ। ਤਬਈ ਮਰ ਗਏ ਦੁੰਬੇ ਮੋਰੇ। ਮਹਾਰਾਜ ਉਸੇ ਵੇਲੇ ਹੀ ਉਹ ਦੁੰਬੇ ਆਪਣੇ ਆਪ ਹੀ ਮਰ ਗਏ ਸਾਰੇ ਹੀ। ਇੱਕ ਨਹੀਂ ਦੋ ਨਹੀਂ ਮਹਾਰਾਜ, ਸਾਰੇ ਹੀ ਦੁੰਬੇ ਮਰ ਗਏ। ਬਖਸ਼ੋ ਜਿਤੋ ਕਰਿਓ ਅਪਰਾਧੂ। ਮਹਾਰਾਜ ਜੀ ਮੈਂ ਜਿੰਨਾ ਵੱਡਾ ਤੁਹਾਡਾ ਅਪਰਾਧ ਕੀਤਾ ਹੈ, ਆਪ ਜੀ ਕਿਰਪਾ ਕਰਕੇ ਮੇਰਾ ਇਹ ਅਪਰਾਧ ਬਖਸ਼ ਲਓ। ਮੈਨੂੰ ਇਹ ਤੁਹਾਡੇ ਨਾਲ ਕੀਤੀ ਹੋਈ ਇਹੋ ਜੀ ਵਧੀਕੀ ਦਾ ਹੀ ਦੰਡ ਪ੍ਰਾਪਤ ਹੋਇਆ, ਮੈਂ ਜਾਣ ਲਿਆ। ਖਿਮਾ ਰੂਪ ਕਰੁਣਾ ਕਰ ਸਾਧੂ। ਇਹ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਸਾਧੂ ਰੂਪ ਹੋ। ਇਹ ਸਾਧੂ ਹੁੰਦੇ ਨੇ, ਉਹਨਾਂ ਅੰਦਰ ਸਭ ਤੋਂ ਪਹਿਲਾ ਮੁੱਢਲਾ ਗੁਣ ਹੁੰਦਾ ਖਿਮਾ ਦਾ। ਆਪ ਜੀ ਖਿਮਾ ਕਰ ਦਿਓ ਮਹਾਰਾਜ, ਤੁਸੀਂ ਸਾਧੂ ਰੂਪ ਹੋ, ਸਾਧੂਆਂ ਦੇ ਅੰਦਰ ਖਿਮਾ ਦਾ ਗੁਣ ਹੁੰਦਾ ਹੈ। ਜੇ ਕਰ ਜਾਵੋ ਨਰ ਗਹਿ ਆਈ। ਮਹਾਰਾਜ ਜੀ ਮੈਂ ਤਾਂ ਨੌਕਰ ਸੀ, ਜਿਹੜੀਆਂ ਉਹ ਸਾਰੇ ਦੁੰਬੇ ਨਹੀਂ ਛਤਰੇ ਸਨ, ਉਹਨਾਂ ਦੇ ਮਾਲਕ ਪਿੰਡ 'ਚ ਰਹਿੰਦੇ ਐ, ਤੇ ਜੇ ਮੈਂ ਹੁਣ ਘਰ ਜਾਵਾਂਗਾ ਉਹਨਾਂ ਨੂੰ ਜਾ ਕੇ ਦੱਸਾਂਗਾ, ਭਗੋਂ ਵੈਰ ਪਰਵਾਰ ਗਹਾਈ। ਉਹਨਾਂ ਤੇ ਮੈਨੂੰ ਪਕੜ ਲੈਣਾ, ਮੇਰਾ ਟੱਬਰ ਵੀ ਫੜ ਲੈਣਾ, ਮੈਨੂੰ ਭੱਜਣ ਨਹੀਂ ਦੇਣਾ ਉਹਨਾਂ ਨੇ ਕਿਤੇ। ਰਹੋ ਨਥਾਨ ਕਹੂੰ ਮੁਝ ਜਾਨੀ। ਤੇ ਮੈਂ ਇੱਥੋਂ ਭੱਜ ਕੇ ਹੋਰ ਕਿਤੇ ਜਾ ਵੀ ਨਹੀਂ ਸਕਦਾ, ਮੈਨੂੰ ਕੋਈ ਦੂਜੀ ਥਾਂ ਨਹੀਂ ਲੱਭਣੀ ਰਹਿਣ ਵਾਸਤੇ। ਸ਼ਰਨ ਏਉ ਮੈਂ ਕਿਰਪਾ ਨਿਧਾਨੀ। ਇਹ ਕਿਰਪਾ ਨਿਧਾਨ, ਕਿਰਪਾ ਕਰੋ, ਮੈਂ ਨਿਥਾਵਾਂ ਹੋ ਗਿਆ ਹੁਣ, ਆਪ ਜੀ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ 'ਚ ਥਾਂ ਬਖਸ਼ ਦਿਓ, ਮੈਂ ਨਥਾਵੇਂ ਨੂੰ ਥਾਂ ਬਖਸ਼ ਦਿਓ। ਇੱਕ ਤੋਂ ਗਈ ਜੀਵ ਕਾ ਸਾਰੀ। ਇੱਕ ਤਾਂ ਮਹਾਰਾਜ ਮੇਰੀ ਉਪਜੀਵਕਾ ਗਈ, ਮੈਂ ਇਹ ਛਤਰੇ ਚਾਰ ਕੇ ਲੈ ਜਾਂਦਾ ਸਾਂ, ਤੇ ਮਾਲਕਾਂ ਕੋਲੋਂ ਮੈਨੂੰ ਉਹਦੇ ਬਦਲੇ ਤਨਖਾਹ ਮਿਲਦੀ ਸੀ, ਤੇ ਮੇਰੇ ਪਰਿਵਾਰ ਦੀ ਰੋਜੀ ਰੋਟੀ ਚੱਲਦੀ ਸੀ। ਮਹਾਰਾਜ ਇੱਕ ਤਾਂ ਮੇਰੀ ਰੋਜੀ ਰੋਟੀ ਜਾਂਦੀ ਰਹੀ, ਦੁਤੀਏ ਗਹੇ ਨਰ ਦੇਵੇਂ ਗਾਰੀ। ਦੂਜਾ ਮੈਨੂੰ ਪਕੜ ਕੇ ਮਾਰਨਗੇ, ਉਹ ਆਖਣਗੇ ਸਾਰੇ ਛਤਰੇ ਕਿਵੇਂ ਮਰ ਗਏ। ਇੱਕ ਅੱਧੇ ਨੂੰ ਕਹਿ ਸਕਦੇ ਕਿਸੇ ਨੂੰ ਸੱਪ ਨੇ ਡੰਗ ਲਿਆ ਜਾਂ ਕਿਸੇ ਕੋਈ ਜ਼ਹਿਰੀਲੀ ਸ਼ੈ ਖਾ ਲਈ, ਸਾਰੇ ਕਿਵੇਂ ਮਰ ਸਕਦੇ ਆ। ਉਹਨਾਂ ਨੇ ਤਾਂ ਮੇਰੀ ਮਹਾਰਾਜ ਜੀ ਜੀਵਨ ਨਹੀਂ ਦੇਣਾ, ਮਾਰਨਗੇ। ਸੁਣ ਕੇ ਕਿਰਪਾ ਕੀਨ ਗੁਣ ਖਾਨੀ। ਰੋਈ ਜਾਵੇ ਸਤਿਗੁਰਾਂ ਦੇ ਸਾਹਮਣੇ ਆਜੜੀ, ਬੇਬਲ ਹੋਇਆ ਵਿਆਕੁਲ ਹੋਇਆ, ਮਹਾਰਾਜ ਰੱਖ ਲੋ ਰੱਖ ਲੋ ਰੱਖ ਲੋ। ਦਇਆਨਿਧ ਸੁਆਮੀ ਜੀ ਦੇ ਮਨ 'ਚ ਤਰਸ ਆਇਆ ਵੇਖ ਕੇ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮਨ ਦਇਆ ਦਾ ਆਲਿਆ ਹੈ। ਪੂਰੇ ਸੰਸਾਰ ਭਰ ਵਿੱਚ ਜੀਵਾਂ ਵਿੱਚ ਜਿੰਨੀ ਦਇਆ ਹੈ, ਸਾਰਿਆਂ ਵਿੱਚ ਦਇਆ ਦਾ ਲੇਸ਼ ਹੈ ਨਾ। ਆਪਾਂ ਜਿੰਨੇ ਬੈਠੇ ਆ, ਜਿੰਨੇ ਵੀ ਜੀਵ ਨੇ, ਸਭ ਦੇ ਵਿੱਚ ਦਇਆ ਹੈ। ਜਿਹੜੀ ਸਾਰੇ ਸੰਸਾਰ ਦੇ ਜੀਵਾਂ ਵਿੱਚ ਜਿਤਨੀ ਦਇਆ ਹੈ, ਉਹ ਹੈ ਬੂੰਦ ਮਾਤਰ। ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਹਿਰਦਾ ਹੈ, ਸਾਡੇ ਵਿੱਚ ਬੂੰਦ ਮਾਤਰ ਦਇਆ, ਸਾਰੇ ਸੰਸਾਰ ਦੇ ਜੀਆਂ 'ਚ ਗੁਰੂ ਨਾਨਕ ਸਾਹਿਬ ਦਾ ਹਿਰਦਾ ਦਇਆ ਦਾ ਸਮੁੰਦਰ ਹੈ। ਇਤਨੀ ਦਇਆ ਮਹਾਰਾਜ ਜੀ ਦੇ ਹਿਰਦੇ 'ਚ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਮਹਾਰਾਜ ਜੀ ਦਇਆ ਕਰੋ, ਤੇ ਸਤਿਗੁਰਾਂ ਦੇ ਮਨ 'ਚ ਵੀ ਦਇਆ ਆ ਗਈ ਵੇਖ ਕੇ ਇਹਦੀ ਦਸ਼ਾ। ਵਿਗਸਤ ਮੰਦ ਕਈ ਮ੍ਰਿਦ ਬਾਨੀ। ਮਹਾਰਾਜ ਜੀ ਥੋੜਾ ਜਿਹਾ ਮੁਸਕਰਾਏ ਨੇ, ਤੇ ਮੁਸਕਰਾ ਕੇ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ ਧੀਮੀ ਆਵਾਜ਼ ਵਿੱਚ, ਜਹਾਂ ਮਰੇ ਹੈ ਦੁੰਬੇ ਤੋਰੇ। ਮਹਾਰਾਜ ਜੀ ਕਹਿੰਦੇ ਆ, ਜਾ ਭਾਈ, ਜਿੱਥੇ ਤੇਰੇ ਦੁੰਬੇ ਮਰੇ ਪਏ ਹਨ, ਚੱਲ ਕਰ ਜਾਓ ਅਬੇ ਤਿਸ ਠੋਰੇ। ਉਸ ਜਗ੍ਹਾ ਤੇ ਚੱਲ ਕੇ ਪਹੁੰਚ ਜਾ, ਹੁਣੇ ਚਲਾ ਜਾ। ਵਾਹਿਗੁਰੂ ਮੁਖ ਨਾਮ ਉਚਰੀਏ, ਦੁੰਬੇ ਸਰਬ ਜੀਵਾਏ ਉਠਰੀਏ। ਪਾਤਸ਼ਾਹ ਨੇ ਨਾਮ ਦੀ ਮਹਿਮਾ ਪ੍ਰਗਟ ਕਰਨੀ ਸੀ, ਤੋ ਨਾਮ ਦੀ ਮਹਿਮਾ ਪ੍ਰਗਟ ਕਰਦਿਆਂ ਪਾਤਸ਼ਾਹ ਕਹਿੰਦੇ, ਜਾ ਜਿੱਥੇ ਉਹ ਦੁੰਬੇ ਮਰੇ ਪਏ ਨੇ, ਜਾ ਕੇ ਆਪਣੀ ਰਸਨਾ ਤੋਂ ਕਹੀਂ ਵਾਹਿਗੁਰੂ। ਜਦੋਂ ਵਾਹਿਗੁਰੂ ਕਹੇਗਾ ਤਾਂ ਉਹ ਜਿਤਨੇ ਮਰੇ ਪਏ ਦੁੰਬੇ ਹਨ, ਵਾਹਿਗੁਰੂ ਗੁਰਮੰਤਰ ਦੀ ਆਵਾਜ਼ ਸੁਣਦਿਆਂ ਉੱਠ ਖਲੋਣਗੇ, ਜੀਵ ਪੈਣਗੇ। ਜਾ ਜਾ ਕੇ ਇਹ ਕਰਮ ਕਰ। ਸੁਨਤ ਬਚਨ ਹਿਰਦੇ ਹਰ ਖਾਨਾ। ਸੁਣ ਕੇ ਆਜੜੀ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ। ਕਰ ਬੰਧਨ ਗਮਨਿਓ ਤੈ ਥਾਨਾ। ਗੁਰੂ ਚਰਨਾਂ 'ਚ ਬੰਦਨਾ ਕਰਕੇ ਵਾਪਸ ਉਸੇ ਜਗ੍ਹਾ ਤੇ ਗਿਆ ਜਿੱਥੇ ਦੁੰਬੇ ਮਰੇ ਪਏ ਸਨ। ਵਾਹਿਗੁਰੂ
ਕਹਿ ਸਬੇ ਜੀਵਾਰੇ। ਉੱਥੇ ਜਾ ਕੇ ਨੇ ਰਸਨਾ ਤੋਂ ਕਿਹਾ ਵਾਹਿਗੁਰੂ। ਜਦੋਂ ਵਾਹਿਗੁਰੂ ਕਿਹਾ, ਜਿੰਨੇ ਸੁਸਰੀ ਵਾਂਗੂ ਸੁੱਤੇ ਪਏ ਦੂੰਬੇ ਸਨ, ਸਾਰੇ ਉੱਠ ਕੇ ਖਲੋ ਕੇ ਚਰਨ ਲੱਗ ਪਏ। ਉੱਠ ਕੇ ਚਰਨ ਲਗੇ ਪੁਨ ਸਾਰੇ। ਪਹਿਲਾਂ ਵਾਂਗੂ ਸੁਰਜੀਤ ਹੋ ਕੇ ਫਿਰ ਦੁਬਾਰਾ ਉਸੇ ਤਰ੍ਹਾਂ ਘਾਹ ਚਰਨ ਲੱਗੇ। ਇਸ ਪ੍ਰਕਾਰ ਕੋ ਅਚਰਜ ਦੇਖਾ। ਜਦੋਂ ਇਸ ਤਰ੍ਹਾਂ ਦਾ ਅਚਰਜ ਉਹਨੇ ਵੇਖਿਆ, ਆਲੀ ਨੇ, ਆਜੜੀ ਨੇ ਵੇਖ ਕੇ ਹੈਰਾਨ ਹੋਇਆ, ਦੰਗ ਹੋਇਆ। ਹਿਰਦੈ ਚਕਰਿਤ ਭਇਓ ਵਿਸ਼ੇਖਾ। ਹਿਰਦੇ 'ਚ ਬੜਾ ਚਕਰਿਤ ਹੋਇਆ, ਹੈਰਾਨ ਹੋਇਆ ਕਿ ਇਹ ਕਿਸ ਤਰ੍ਹਾਂ ਹੋਇਆ। ਤੈਂ ਸਥਾਨ ਦੁੰਬੇ ਤਜ ਬ੍ਰਿੰਦਾ। ਇਹਨੇ ਦੂੰਬੇ ਉੱਥੇ ਹੀ ਛੱਡ ਦਿੱਤੇ ਸਾਰੇ, ਵੀ ਇਹ ਹੁਣ ਜਿਹੜੇ ਹੈਣ ਆਪੇ ਸਾਂਭਣ, ਮੈਂ ਤਾਂ ਉਹਨਾਂ ਦੀ ਸ਼ਰਨ ਜਾਵਾਂ ਜਿਨ੍ਹਾਂ ਨੇ ਮੈਨੂੰ ਜੀਵਨ ਦਾਨ ਦੇ ਦਿੱਤਾ ਹੈ। ਉਹਨਾਂ ਦੂੰਬਿਆਂ ਨੂੰ ਉਸੇ ਜਗ੍ਹਾ ਤੇ ਛੱਡ ਕੇ ਬੈਠਿਓ ਨਿਕਟੇ ਆਨ ਸੁਖ ਕੰਦਾ। ਸੁੱਖਾਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਉਹ ਆਜੜੀ ਆ ਕੇ ਬੈਠ ਗਿਆ। ਕਹੇ ਕਿ ਅਬ ਮੈਂ ਕਹੂੰ ਨ ਜਾਵਾਂ। ਮਹਾਰਾਜ, ਹੁਣ ਮੈਂ ਤੁਹਾਡੇ ਚਰਨ ਛੱਡ ਕੇ ਕਿਤੇ ਨਹੀਂ ਜਾਣਾ। ਹੁਣ ਮੈਨੂੰ ਆਪਣੇ ਚਰਨਾਂ ਦੀ ਮੌਜ ਬਖਸ਼ੋ ਮਹਾਰਾਜ। ਮੈਂ ਆਪ ਜੀ ਦੇ ਚਰਨ ਛੱਡ ਕੇ ਹੁਣ ਕਿਤੇ ਨਹੀਂ ਜਾਣਾ। ਤੁਮਰੇ ਪਗ ਕੀ ਸੇਵ ਕਮਾਵੋ। ਮੇਰੀ ਰਹਿੰਦੀ ਜ਼ਿੰਦਗੀ ਮੈਂ ਚਾਹੁੰਦਾ ਹਾਂ ਤੁਹਾਡੇ ਚਰਨਾਂ ਦੀ ਸੇਵਾ ਕਰਦਿਆਂ ਬਤੀਤ ਕਰ ਦੇਵਾਂ, ਤੁਹਾਡੇ ਚਰਨਾਂ ਦੀ ਆਰਾਧਨਾ ਕਰਦਿਆਂ ਬਤੀਤ ਕਰ ਦੇਵਾਂ। ਤੈਂ ਕਹਿ ਰਹੇ ਨਾ ਗਿਓ ਆਵਾਸਾ। ਸਤਿਗੁਰੂ ਜੀ ਕਹਿੰਦੇ ਰਹੇ, ਭਾਈ ਜਾ ਜਾ ਕੇ ਆਪਣੇ ਬਾਲ ਬੱਚੇ 'ਚ ਪਰਿਵਾਰ 'ਚ ਜਾ ਕੇ ਬਹਿ, ਜਿਹੜੇ ਦੂੰਬੇ ਨੇ ਉਹ ਇਕੱਠੇ ਕਰਕੇ ਲੈ ਜਾ ਆਪਣੇ ਘਰ ਨੂੰ, ਨਗਰ ਨੂੰ ਵਾਪਸ। ਪਾਤਸ਼ਾਹ ਬਥੇਰਾ ਆਖਿਆ, ਕਹਿੰਦਾ ਨਹੀਂ ਮਹਾਰਾਜ, ਇਹ ਜ਼ਿੰਦਗੀ ਹੁਣ ਤੁਸੀਂ ਦਿੱਤੀ ਹੈ। ਜੇ ਪਹਿਲਾਂ ਘਰ ਚਲਿਆ ਜਾਂਦਾ ਤੇ ਮੇਰਾ ਜੀਵਨ ਨਹੀਂ ਸੀ ਰਹਿਣਾ। ਮੇਰੇ ਖਾਬਦਾਂ ਨੇ, ਮਾਲਕਾਂ ਨੇ ਮੇਰਾ ਜੀਵਨ ਸਮਾਪਤ ਕਰ ਦੇਣਾ ਸੀ। ਇਹ ਜ਼ਿੰਦਗੀ ਤੁਸੀਂ ਦਿੱਤੀ ਹੈ ਮਹਾਰਾਜ, ਮੈਂ ਹੁਣ ਤੁਹਾਡੇ ਚਰਨ ਛੱਡ ਕੇ ਨਹੀਂ ਜਾਣਾ। ਰਿਓ ਰੈਨ ਸਤਿਗੁਰ ਕੇ ਪਾਸਾ। ਰਾਤ ਪੈ ਗਈ ਸੀ, ਰਾਤ ਨੂੰ ਸਤਿਗੁਰਾਂ ਦੇ ਚਰਨਾਂ ਦੇ ਪਾਸ ਹੀ ਬੈਠਾ ਰਿਹਾ। ਪਈ ਪੋਰ ਦੁੰਬਨ ਕੇ ਮਾਲਿਕ। ਅਗਲਾ ਦਿਨ ਚੜਿਆ ਤੇ ਜਿਹੜੇ ਦੂੰਬਿਆਂ ਦੇ ਮਾਲਕ ਸਨ ਉਹ ਬੜੇ ਹੈਰਾਨ ਹੋਏ ਵੀ ਅੱਜ ਜਿਹੜੀ ਪਰਤਿਆ ਹੀ ਨਹੀਂ ਰਾਤ, ਦੂੰਬੇ ਲੈ ਕੇ ਗਿਆ ਨਹੀਂ, ਆਇਆ ਵਾਪਸ। ਅਗਲੇ ਦਿਨ ਸਵੇਰੇ ਜਿੰਨੇ ਵੀ ਉਹ ਦੂੰਬਿਆਂ ਦੇ ਮਾਲਕ ਸਨ, ਭੋਜਨ ਲਗੇ ਵਿਪਨ ਤਤਕਾਲ। ਉਹ ਜੰਗਲ 'ਚ ਆ ਕੇ ਭਾੜਨ ਲੱਗੇ ਵੀ ਕਿਤੇ ਆਜੜੀ ਨੂੰ ਕੋਈ ਸ਼ੇਰ ਨਾ ਖਾ ਗਿਆ ਹੋਵੇ, ਕੋਈ ਜਾਨਵਰ ਨਾ ਮਾਰ ਗਿਆ ਹੋਵੇ। ਜਿਹੜਾ ਪਰਤਿਆ ਹੀ ਨਹੀਂ, ਉਹ ਆ ਕੇ ਜੰਗਲ ਵਿੱਚ ਭਾਲ ਕਰਨ ਲੱਗੇ, ਲੱਭਣ ਲੱਗੇ। ਸਤਿਗੁਰ ਨਿਕਟ ਕਿਤਕ ਨਾਰੇ ਆਏ। ਉਹਨਾਂ ਵਿੱਚੋਂ ਕੁਝ ਕੁ ਬੰਦੇ ਚੱਲ ਕੇ ਜਿੱਥੇ ਸਤਿਗੁਰੂ ਜੀ ਬੈਠੇ ਸਨ ਉੱਥੇ ਪਹੁੰਚ ਗਏ। ਤਿਸੇ ਬਿਲੋਕਤ ਬੈਨੀ ਅਲਾਏ। ਆਜੜੀ ਉੱਥੇ ਸਤਿਗੁਰਾਂ ਦੇ ਸਾਹਮਣੇ ਬੈਠਾ, ਆਜੜੀ ਦਾ ਰੰਗ ਹੀ ਹੋਰ, ਕੱਲ ਕੁਝ ਹੋਰ ਤੌਰ ਸਨ, ਅੱਜ ਬੈਠੇ ਦੇ ਤੌਰ ਹੀ ਕੁਝ ਹੋਰ ਨੇ। ਆਜੜੀ ਦੇ ਚਿਹਰੇ ਤੇ ਕੱਲ ਵਾਂਗੂ ਉਹ ਖੇਡ ਨਹੀਂ ਸੀ, ਅੱਜ ਕੋਈ ਅਨੋਖੀ ਖੇਡ ਹੀ ਨਜ਼ਰ ਆਉਂਦੀ ਹੈ। ਆ ਕੇ ਵੇਖ ਕੇ ਬੋਲੇ, ਉਸ ਆਜੜੀ ਨੂੰ ਕਹਿਣ ਲੱਗੇ, ਜੜ ਤੂੰ ਬੈਠ ਰਿਓ ਇਹ ਥਾਈ। ਕਹਿੰਦੇ ਉਹ ਮੂਰਖਾ, ਤੂੰ ਇਸ ਜਗ੍ਹਾ ਤੇ ਬੈਠਾ ਹੋਇਆ, ਸਗਰੇ ਦੁੰਬੇ ਕਹਾਂ ਗਵਾਏ। ਦੂੰਬੇ ਕਿੱਥੇ ਗਵਾ ਦਿੱਤੇ ਨੇ ਸਾਡੇ ਦੂੰਬੇ ਕਿੱਥੇ ਨੇ, ਉਹ ਕਿੱਥੇ ਗਵਾਇਆ। ਕੈ ਸਥਾਨ ਮੈਂ ਦੀਨ ਦੁਰਾਏ। ਉਹ ਕਿਹੜੀ ਜਗ੍ਹਾ ਤੇ ਲੁਕਾਏ ਨੇ, ਤੂੰ ਕਿੱਥੇ ਛੁਪਾਏ ਨੇ। ਗੈ ਮਾਰੇ ਨਾ ਤਾਂ ਦਿਓ ਬਤਾਏ। ਤੈਨੂੰ ਫੜ ਕੇ ਮਾਰਾਂਗੇ, ਨਹੀਂ ਤਾਂ ਦੱਸ ਦੇ ਕਿੱਥੇ ਹਨ। ਸੁਣ ਕਰ ਬੋਲਿਓ ਬਚਨੀ ਅਯਾਲੀ। ਸੁਣ ਕੇ ਅੱਗੋਂ ਆਜੜੀ ਬੋਲਿਆ, ਕਹਿਣ ਲੱਗਾ, ਇਹਾਂ ਨਾ ਬੋਲੋ ਗਿਰਾ ਕੁਡਾਲੀ। ਕਹਿੰਦਾ ਸੁਣੋ ਭਰਾਵੋ, ਇੱਥੇ ਨਾ ਇਹੋ ਜਿਹੇ ਬੋਲ ਬੋਲਿਓ, ਕੁਟਾਲੀ ਮਾੜੇ ਬੋਲ ਨਾ ਬੋਲਿਓ, ਇੱਥੇ ਕੁਬੋਲ ਨਾ ਬੋਲਿਓ, ਚੁੱਪ ਹੋ ਜਾਓ, ਸ਼ਾਂਤ ਹੋ ਜਾਓ। ਸੰਤ ਨਿਕਟ ਕਲ ਮੈਂ ਜਬ ਆਵਾ। ਇਹ ਜਿਹੜੇ ਸਾਹਮਣੇ ਬੈਠੇ ਆ, ਇਹਨਾਂ ਨੂੰ ਕਿਤੇ ਸਧਾਰਨ ਰੂਪ ਕਰਕੇ ਨਾ ਵੇਖਿਓ। ਇਹ ਦੀਨ ਦੁਨੀਆ ਦੇ ਮਾਲਕ ਆਪ ਪਰਮੇਸ਼ਵਰ ਨੇ, ਸੰਤ ਨੇ। ਕੱਲ ਮੈਂ ਆਇਆ ਸੀ ਇਹਨਾਂ ਦੇ ਪਾਸ ਇਸੇ ਤਰ੍ਹਾਂ ਜਿਵੇਂ ਤੁਸੀਂ ਆਏ ਹੋ। ਕਰੀ ਬੇਦਬੀ ਪਰੁਖੇ ਅਲਾਵਾ। ਮੈਂ ਇੱਥੇ ਆ ਕੇ ਔਖਾ ਭਾਰਾ ਬੋਲਿਆ ਸਾਂ ਇਸੇ ਤਰ੍ਹਾਂ ਜਿਵੇਂ ਤੁਸੀਂ ਬੋਲਦੇ ਹੋ।
ਔਖੇ ਭਾਰੇ ਬੋਲ ਮੈਂ ਆ ਕੇ ਇਹਨਾਂ ਨੂੰ ਕਹੇ ਸਨ, ਕਠੋਰ ਬੋਲ ਬੋਲੇ ਸਨ। ਪਾਤਤ ਛਿਨ ਦੁੰਬਨ ਕੋ ਨਾਸ਼ਾ, ਤੇ ਤਤ ਛਿਨ ਤੁਹਾਡੇ ਸਾਰੇ ਦੂੰਬੇ ਮਾਰੇ ਗਏ ਸਨ। ਤਿਨ ਪਿਕ ਪੁਨ ਆਇਓ ਇਨ ਪਾਸਾ, ਮਰੇ ਦੂੰਬਿਆਂ ਨੂੰ ਵੇਖ ਕੇ ਮੈਂ ਮੁੜ ਇਹਨਾਂ ਦੇ ਪਾਸ ਆਇਆ। ਆਨ ਬੇਨਤੀ ਕੀਨੀ ਅਗਾਰੀ, ਇਹਨਾਂ ਦੇ ਚਰਨਾਂ 'ਚ ਬੇਨਤੀ ਕੀਤੀ, ਮੈਂ ਆਪਣੀ ਭੁੱਲ ਬਖਸ਼ਾਈ। ਬੰਦੋਂ ਚਰਨ ਮਾ ਸੁਖਕਾਰੀ, ਔਰ ਇਹਨਾਂ ਦੇ ਚਰਨਾਂ ਨੂੰ ਆ ਕੇ ਬੰਦਨਾ ਕੀਤੀ ਜਿਨ੍ਹਾਂ 'ਚੋਂ ਸੁੱਖ ਲੱਭਦਾ ਹੈ। ਸੁਨਤ ਸੰਤ ਇਨ ਬਚਨੀ ਉਚਾਰੇ, ਇਹਨਾਂ ਸੰਤਾਂ ਨੇ ਮੇਰੇ ਤੇ ਤਰਸ ਕਰਦਿਆਂ ਬੋਲਿਆ ਕਿਹਾ, ਵਾਹਿਗੁਰੂ ਕਹਿ ਲਿਓ ਜੀਵਾਰੇ, ਕਿ ਜਾ ਕੇ ਵਾਹਿਗੁਰੂ ਕਹਿ ਸਾਰੇ ਦੂੰਬੇ ਜੀਵਤ ਹੋ ਜਾਣਗੇ। ਜਾਏ ਤਾਂ ਸੋ ਬਿਦ ਮੈਂ ਕੀਨੰ, ਜਿਵੇਂ ਨਾ ਆਖਿਆ ਮੈਂ ਉਸੇ ਤਰ੍ਹਾਂ ਕੀਤਾ। ਮਾਰੇ ਜਿਤੇ ਜੀਵਾਏ ਸੋ ਦੀਨੰ, ਜਦੋਂ ਵਾਹਿਗੁਰੂ ਕਿਹਾ ਤੇ ਜਿੰਨੇ ਉਹ ਮਰੇ ਦੂੰਬੇ ਸਨ ਸਾਰੇ ਜਿਉਂਦੇ ਹੋ ਗਏ। ਇਹ ਐ ਮੂਰਤ ਆਪ ਖੁਦਾਏ, ਇਹ ਜੋ ਸੰਤ ਬੈਠੇ ਨੇ ਖੁਦਾ ਦੀ ਮੂਰਤ ਨੇ, ਇਹ ਆਪ ਅੱਲਾਹ ਪਾਕ ਦੀ ਪਵਿੱਤਰ ਮੂਰਤ ਹਨ। ਮੁਝ ਤੇ ਸੰਗ ਨਾ ਛੋੜਿਓ ਜਾਏ, ਤੇ ਮੈਂ ਹੁਣ ਇਹਨਾਂ ਦਾ ਸੰਗ ਨਹੀਂ ਛੱਡ ਸਕਦਾ। ਮੇਰਾ ਦਿਲ ਨਹੀਂ ਪਿਆ ਕਰਦਾ ਕਿ ਇਹਨਾਂ ਦੀ ਸੰਗਤ ਛੱਡ ਕੇ ਜਾਵਾਂ। ਦੁੰਬੇ ਚਾਰਨ ਤੁਮਰੇ ਤਿਆਗੇ, ਜਾਓ ਮੈਂ ਤੁਹਾਡੀ ਨੌਕਰੀ ਛੱਡੀ, ਜਾ ਕੇ ਆਪਣੇ ਦੂੰਬੇ ਸੰਭੋ। ਇੱਕ ਦਿਨ ਪਹਿਲਾਂ ਜਿਹੜਾ ਡਰਿਆ ਹੋਇਆ ਕਹਿੰਦਾ ਸੀ ਮੈਨੂੰ ਮਾਰ ਦੇਣਗੇ ਮੇਰੇ ਮਾਲਕ, ਅੱਜ ਉਹਨਾਂ ਮਾਲਕਾਂ ਤੋਂ ਬੇਖੌਫ ਹੋਇਆ, ਬੇਪਰਵਾਹ ਹੋਇਆ, ਕਹਿੰਦਾ ਜਾਓ ਮੈਂ ਤੁਹਾਡੀ ਨੌਕਰੀ ਛੱਡੀ, ਅੱਗ ਤੋਂ ਬਾਅਦ ਤੁਹਾਡੀ ਇਹ ਕਿਰਤ ਤਿਆਗੀ। ਖੋਜ ਲਿਓ ਬਨ ਮੈਂ ਅਬ ਆਗੇ, ਜਾਓ ਮੈਂ ਤੁਹਾਡਾ ਨੌਕਰ ਨਹੀਂ, ਅੱਜ ਤੋਂ ਬਾਅਦ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਨੌਕਰ ਹਾਂ। ਜਾ ਕੇ ਆਪਣੇ ਦੂੰਬੇ ਲੱਭੋ, ਇੱਥੇ ਹੀ ਫਿਰਦੇ ਹੋਣਗੇ ਬਨ ਵਿੱਚ ਜੰਗਲ 'ਚ ਕਿਤੇ। ਮੋਰ ਭਰੋਸਾ ਛੋਰ ਬਹੋਰੀ, ਤੇ ਮੇਰਾ ਭਰੋਸਾ ਅਗਾਂਹ ਤੋਂ ਛੱਡ ਦਿਓ ਕਿ ਮੈਂ ਹੁਣ ਦੁਬਾਰਾ ਤੁਹਾਡੇ ਦੂੰਬੇ ਚਾਰਾਂਗਾ। ਮਾਲ ਸੰਭਾਰੋ ਬਿਪਨ ਟੰਡੋਰੀ, ਜਾਓ ਮੇਰੇ ਨਾਲ ਇੱਥੇ ਆ ਕੇ ਬੋਲਣ ਦੀ ਬਜਾਏ ਜੰਗਲ 'ਚੋਂ ਆਪਣਾ ਮਾਲ ਸੰਭਾਲੋ। ਜੰਗਲ ਵਿੱਚੋਂ ਜਾ ਕੇ ਆਪਣੇ ਦੂੰਬੇ ਛਤਰੇ ਲੱਭੋ। ਮਾਨਵ ਸਰਬ ਸੁਨੇ ਬਿਸਮਾਨੀ, ਜਦੋਂ ਉਹਨਾਂ ਨੇ ਆਜੜੀ ਦੇ ਮੂੰਹੋਂ ਇਹ ਬੋਲ ਸੁਣੇ, ਸੁਣ ਕੇ ਇੱਕਦਮ ਉਹ ਹੈਰਾਨ ਹੋਏ। ਸਾਚ ਬਿਰਤਾਂਤ ਜਬੇ ਮਨ ਜਾਣੇ, ਫਿਰ ਉਹਨਾਂ ਨੂੰ ਨਿਸ਼ਚਾ ਹੋਇਆ ਵੀ ਆਜੜੀ ਜੋ ਕਹਿ ਰਿਹਾ ਹੈ ਬਿਲਕੁਲ ਸੱਚ ਕਹਿ ਰਿਹਾ ਹੈ। ਗੁਰਪਦ ਬੰਧਨ ਕੀਨੀ ਸਭਈ, ਉਹਨਾਂ ਨੇ ਵੀ ਫਿਰ ਸਤਿਗੁਰਾਂ ਦੇ ਚਰਨਾਂ ਤੇ ਪ੍ਰਣਾਮ ਕੀਤੀ, ਨਮਸਕਾਰ ਕੀਤੀ, ਆਖਿਆ ਸੰਤ ਜੀ ਖਿਮਾ ਕਰਨਾ, ਤੁਹਾਨੂੰ ਜਾਣੇ ਬਿਨਾਂ ਅਸੀਂ ਆਪ ਜੀ ਦੀ ਹਜ਼ੂਰੀ ਵਿੱਚ ਆ ਕੇ ਇਹਦੇ ਨਾਲ ਕੁਰਖਤ ਬੋਲੇ ਹਾਂ। ਮਹਾਰਾਜ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੀ। ਹੋ ਜਿਉ ਬਹੁਤ ਵਿਪਨ ਕੋ ਤਬਈ, ਫਿਰ ਬਨ 'ਚ ਚਲੇ ਗਏ, ਜੰਗਲ 'ਚ ਜਾ ਕੇ ਆਪਣੇ ਛਤਰੇ ਲੱਭਣ ਲੱਗੇ। ਦੁੰਬੇਲੇ ਨਗਰੀ ਮੈਂ ਆਏ, ਆਪੋ ਆਪਣੇ ਦੂੰਬੇ ਲੱਭ ਕੇ ਲੈ ਕੇ ਨਗਰ 'ਚ ਵਾਪਸ ਪਰਤ ਆਏ। ਜਸ ਗੁਰੂ ਕਾ ਤਬ ਵੱਡਿਓ ਮਹਾਏ, ਨਗਰ 'ਚ ਹੁਣ ਦੋਹਾਂ ਨੇ ਚਾਰਾਂ ਨੂੰ ਦੱਸਿਆ, ਚਾਰਾਂ ਨੇ ਅੱਠਾਂ ਨੂੰ ਦੱਸਿਆ। ਏਦਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਮਹਿਮਾ ਸਾਰੇ ਨਗਰ 'ਚ ਫੈਲ ਗਈ। ਸਭੀ ਲੋਗ ਮਿਲ ਚਰਨੀ ਲਾਗੇ, ਨਗਰ ਦੇ ਜਿਤਨੇ ਲੋਕ ਸਨ ਉਹ ਸਭ ਆ ਕੇ ਮਹਾਰਾਜ ਜੀ ਦੇ ਚਰਨੀ ਲੱਗਣ ਲੱਗੇ। 13 ਦਿਨ ਬੀਤ ਗਏ ਸਨ, ਕੋਈ ਨਹੀਂ ਸੀ ਆਇਆ। ਹੁਣ ਸਤਿਗੁਰਾਂ ਦੀ ਸੋਭਾ ਉਜਾਗਰ ਹੋਈ ਤੇ ਸਾਰਾ ਨਗਰ ਹੀ ਵਹੀਰਾਂ ਘੱਤ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਪਹੁੰਚਿਆ। ਭੇਟਾ ਤਰੇ ਉਪਾਇਨ ਆਗੇ, ਭਾਂਤ ਭਾਂਤ ਦੀਆਂ ਭੇਟਾਵਾਂ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ। ਖੁਸ਼ੀਓਂ ਸ਼੍ਰੀ ਗੁਰ ਕੀ ਲਾਗੀ, ਸਤਿਗੁਰੂ ਜੀ ਸਭ ਤੇ ਖੁਸ਼ੀਆਂ ਕਰਨ ਲੱਗੇ, ਸਭ ਤੇ ਆਪਣੀ ਦਇਆ ਦ੍ਰਿਸ਼ਟੀ ਕਰਨ ਲੱਗੇ। ਪਾਹੁਲ ਲੈਨ ਲਗੇ ਵੱਡ ਭਾਗੀ, ਤੇ ਵੱਡਿਆਂ ਭਾਗਾਂ ਵਾਲੇ ਸਤਿਗੁਰਾਂ ਦੇ ਚਰਨਾਂ ਦੀ ਪਾਹੁਲ ਲੈਣ ਲੱਗ ਪਏ। ਜਿਨ੍ਹਾਂ ਦੇ ਭਾਗ ਸਵੱਲੇ ਸਨ ਉਹਨਾਂ ਮਹਾਰਾਜ ਜੀ ਦੇ ਚਰਨਾਂ ਦੀ ਪਾਹੁਲ ਲੈ ਲਈ। ਸਤਿਗੁਰ ਕੋ ਸਿਮਰਨ ਮੁਖ ਕਰਈ, ਸਾਰੇ ਆਪਣੀ ਰਸਨਾ ਤੋਂ ਵਾਹਿਗੁਰੂ 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 ਦਾ ਜਾਪ ਜਪਣ ਲੱਗੇ। ਜਦੋਂ ਆਜੜੀ ਦੱਸਦਾ ਨਾ ਵਾਹਿਗੁਰੂ ਕਹਿੰਦੇ ਆ ਮੁਰਦੇ ਦੂੰਬੇ ਜੀਵ ਪਏ, ਉਹ ਕਹਿੰਦੇ ਸਾਡੇ ਮਨ ਵੀ ਮਰੇ ਪਏ ਆ ਅੰਦਰੋਂ, ਅਸੀਂ ਵੀ ਮੁਰਦੇ ਹਾਂ। ਇਹ ਪਾਵਨ ਗੁਰਮੰਤਰ ਐਸਾ ਹੈ ਜੋ ਸਾਨੂੰ ਮੁਰਦਿਆਂ ਨੂੰ ਅੰਮ੍ਰਿਤ ਵਾਂਗੂ ਜੀਵਨ ਦਾਨ ਦੇਣ ਵਾਲਾ ਹੈ।
ਸਭ ਜਪਣ ਲੱਗੇ ਸਤਿਗੁਰਾਂ ਦੇ ਅੰਮ੍ਰਿਤ ਨਾਮ ਦਾ ਜਾਪ। ਸਰਬ ਵਿਕਾਰ ਹਿਰਦੇ ਪਰ ਹਰਈ, ਨਾਮ ਦੀ ਕਮਾਈ ਕਰਦਿਆਂ ਕਰਦਿਆਂ ਵਿਕਾਰਾਂ ਦਾ ਤਿਆਗ ਕਰਦੇ ਹਨ। ਪੁਰ ਮੈਂ ਗਵਨੇ ਪੁਨ ਗੁਣ ਖਾਨੀ, ਸਤਿਗੁਰੂ ਜੀ ਫੇਰ ਇਹਨਾਂ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਨਗਰ ਦੇ ਵਿੱਚ ਗਏ। ਧਰਮਸਾਲ ਇੱਕ ਰਚੀ ਮਹਾਨੀ, ਗੁਰਦੇਵ ਦੀ ਆਗਿਆ ਪ੍ਰਾਪਤ ਕਰਕੇ ਹੁਕਮ ਲੈ ਕੇ ਮਹਾਰਾਜ ਜੀ ਦੇ ਪਾਸੋਂ ਇਹਨਾਂ ਨੇ ਨਗਰ ਵਿੱਚ ਧਰਮਸ਼ਾਲਾ ਦੀ ਰਚਨਾ ਕੀਤੀ। ਨਾਮ ਦਾਨ ਇਸ਼ਨਾਨ ਦ੍ਰਿੜਾਇਓ, ਨਗਰ ਨਿਵਾਸੀਆਂ ਨੂੰ ਤਿੰਨੇ ਚੀਜ਼ਾਂ ਸਤਿਗੁਰਾਂ ਨੇ ਦ੍ਰਿੜ ਕਰਾਈਆਂ। ਨਾਮ, ਦਾਨ, ਇਸ਼ਨਾਨ, ਇਹ ਤਿੰਨੇ ਚੀਜ਼ਾਂ ਮਹਾਰਾਜ ਜੀ ਨੇ ਦ੍ਰਿੜ ਕਰਵਾਈਆਂ। ਸਿੱਖੀ ਮਗ ਤਿਸ ਦੇਸ਼ ਚਲਾਇਓ, ਔਰ ਇਸ ਸਾਰੇ ਦੇਸ਼ ਵਿੱਚ ਸਿੱਖੀ ਦਾ ਮਾਰਗ, ਸਿੱਖੀ ਦਾ ਰਾਹ ਚਲਾਇਆ ਹੈ। ਮਹਿਮਾਪੁਰ ਮੇ ਬਦੀ ਅਪਾਰਾ, ਸਤਿਗੁਰਾਂ ਦੀ ਵੱਡੀ ਭਾਰੀ ਮਹਿਮਾ ਸਾਰੇ ਨਗਰ ਵਿੱਚ ਵਧੀ ਹੈ। ਗੁਰਦੇਵ ਦੀ ਵਡਿਆਈ ਸਾਰੇ ਨਗਰ 'ਚ ਉਜਾਗਰ ਹੋ ਰਹੀ ਹੈ। ਲਿਖੇ ਸ਼ਬਦ ਗੁਰ ਕਰੇ ਉਚਾਰਾ, ਪਾਤਸ਼ਾਹ ਆਪਣੀ ਰਸਨਾ ਤੋਂ ਬਾਣੀ ਉਚਾਰਦੇ ਹਨ, ਇਹ ਕੋਲ ਬੈਠੇ ਲਿਖ ਲੈਂਦੇ ਹਨ। ਪਾਤਸ਼ਾਹ ਵੱਲੋਂ ਉਚਾਰਨ ਕੀਤੇ ਗਏ ਸ਼ਬਦ ਇਹ ਬੜੇ ਪਿਆਰ ਨਾਲ ਲਿਖਦੇ ਨੇ ਔਰ ਉਹਨਾਂ ਸ਼ਬਦਾਂ ਦਾ ਨਿਤਨੇਮ ਕਰਦੇ ਨੇ, ਪਾਠ ਕਰਦੇ ਨੇ। ਬੜੇ ਪ੍ਰੀਤ ਸੋ ਕੀਰਤ ਕਰਈ, ਔਰ ਬੜੇ ਪਿਆਰ ਨਾਲ ਪ੍ਰੇਮ ਨਾਲ ਪੜ੍ਹਦੇ ਹਨ, ਸਤਿਗੁਰਾਂ ਦੀ ਕੀਰਤੀ ਕਰਦੇ ਹਨ। ਸ਼੍ਰੀ ਨਾਨਕ ਮੈਂ ਸ਼ਰਧਾ ਧਰਈ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਵਿੱਚ ਸ਼ਰਧਾ ਰੱਖਦੇ ਹੈ, ਮਹਾਰਾਜ ਜੀ ਦੇ ਉੱਤੇ ਭਾਵਨਾ ਰੱਖਦੇ ਹਨ। ਤੈਂ ਇੱਕ ਪੰਡਿਤ ਰਹਿਤ ਸੁਜਾਨਾ, ਉਸੇ ਨਗਰ ਦੇ ਵਿੱਚ ਇੱਕ ਬੜਾ ਪੜ੍ਹਿਆ ਲਿਖਿਆ ਵਿਦਵਾਨ ਪੰਡਤ ਰਹਿੰਦਾ ਸੀ। ਸਭ ਵਿਦਿਆ ਮੈਂ ਨਿਪੁੰਨ ਨਿਦਾਨਾ, ਉਹਨੇ ਬੜੀ ਵਿਦਿਆ ਪੜ੍ਹੀ ਹੋਈ ਸੀ, ਬਹੁਤ ਸਾਰੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਹੋਇਆ ਸੀ। ਸ੍ਰੀ ਨਾਨਕ ਮੈਂ ਮਾਤਿਨ ਸੁਣੀ, ਜਦੋਂ ਉਸ ਪੰਡਤ ਨੇ ਸੁਣਿਆ ਕਿ ਗੁਰੂ ਨਾਨਕ ਨਾਮ ਦੇ ਇੱਕ ਮਹਾਤਮਾ ਸਾਡੇ ਨਗਰ ਵਿੱਚ ਆਏ ਹੋਏ ਨੇ, ਤਾਂ ਉਹਦੇ ਮਨ 'ਚ ਵੀ ਮਾਣ ਸੀ ਵੀ ਮੈਂ ਬੜਾ ਪੜ੍ਹਿਆ ਲਿਖਿਆ ਵਿਦਵਾਨ ਆ, ਵੇਖਾਂ ਤਾਂ ਸਹੀ ਜਾ ਕੇ ਕਿੰਨੀ ਵਿਦਿਆ ਉਹਨਾਂ ਕੋਲ, ਕਿੰਨੇ ਕੁ ਪੜ੍ਹੇ ਲਿਖੇ ਨੇ, ਜਾ ਕੇ ਚਰਚਾ ਕਰਾਂ ਉਹਨਾਂ ਨਾਲ। ਕਿਉਂਕਿ ਵਿਦਿਆ ਅਭਿਮਾਨੀ ਸੀ, ਇਹ ਪੰਡਤ ਵਿਦਿਆ ਪੜ੍ਹਿਆ ਹੋਇਆ ਤੇ ਵਿਦਿਆ ਅਭਿਮਾਨੀ ਸੀ, ਇਹਨੂੰ ਆਪਣੀ ਪੜ੍ਹੀ ਹੋਈ ਵਿਦਿਆ ਦਾ ਮਾਣ ਸੀ। ਬੜੇ ਬੜੇ ਪੰਡਤਾਂ ਨਾਲ ਸ਼ਾਸਤਰ ਅਰਥ ਕਰਕੇ ਉਹਨਾਂ ਨੂੰ ਇਹਨੇ ਜਿੱਤਿਆ ਹੋਇਆ ਸੀ। ਉਹਨਾਂ ਵੇਲਿਆਂ 'ਚ ਜਦੋਂ ਪੰਡਤਾਂ ਦੀ ਚਰਚਾ ਹੁੰਦੀ ਸੀ ਆਪੋ 'ਚ, ਜਿੱਤਣ ਵਾਲਾ ਪੰਡਤ ਹਾਰੇ ਹੋਏ ਪੰਡਤ ਦੀਆਂ ਜਿੰਨੀਆਂ ਕਿਤਾਬਾਂ ਪੁਸਤਕਾਂ ਹੁੰਦੀਆਂ ਸੀ ਉਹ ਲੈ ਜਾਂਦਾ ਸੀ। ਇਹ ਸ਼ਰਤ ਲੱਗਦੀ ਸੀ ਜਿਹੜਾ ਹਾਰੇਗਾ ਉਹ ਆਪਣੇ ਸਾਰੇ ਗ੍ਰੰਥ, ਆਪਣੀਆਂ ਸਾਰੀਆਂ ਪੁਸਤਕਾਂ ਜਿੱਤਣ ਵਾਲੇ ਨੂੰ ਦੇਵੇਗਾ। ਇਦਾਂ ਇਹਨੇ ਬੜਿਆਂ ਦੀਆਂ ਪੁਸਤਕਾਂ ਜਿੱਤੀਆਂ ਹੋਈਆਂ ਸੀ। 2 ਊਂਠ ਲੱਦ ਕੇ ਆਪਣੇ ਨਾਲ ਰੱਖਦਾ ਸੀ ਗ੍ਰੰਥਾਂ ਦੇ, ਇੰਨੀ ਜ਼ਿਆਦਾ ਇਹਨੇ ਪੁਸਤਕਾਂ ਜਿੱਤੀਆਂ ਹੋਈਆਂ, ਪੜ੍ਹੀਆਂ ਹੋਈਆਂ, ਤੋ ਆਪਣੇ ਆਪ ਨੂੰ ਬੜਾ ਵਿਦਵਾਨ ਸਮਝ ਕੇ ਵਿਦਿਆ ਦੇ ਅਭਿਮਾਨ 'ਚ ਫਿਰਦਾ ਸੀ। ਦਰਸ਼ਨ ਕਰੋ ਹਿਰਦੇ ਅਸ ਗੁਨੀ, ਕਹਿੰਦਾ ਚਲੋ ਚੱਲ ਕੇ ਦਰਸ਼ਨ ਕਰ ਆਉਨੇ ਆ, ਕਿਹੜਾ ਐਸਾ ਗੁਣੀ ਪੁਰਸ਼ ਹੈ, ਵੇਖੀਏ ਤਾਂ ਸਹੀ ਚੱਲ ਕੇ। ਇੱਕ ਐਸਾ ਵਿਦਵਾਨ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਵੀ ਆਇਆ। 2 ਊਂਠ ਲੱਦੇ ਹੋਏ ਗੋਇੰਦਵਾਲ ਸਾਹਿਬ ਪਹੁੰਚਿਆ। ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ ਆ, ਉਸ ਪੰਡਤ ਨੂੰ ਵੇਖ ਕੇ ਕਵਿਤਾ ਲਿਖਦੇ ਆ, ਕਹਿੰਦੇ ਭਰ ਕਚਕੋਲ ਬਨਾ ਹੱਥ ਲੀਤਾ, ਪੜ੍ਹਿਆਂ ਦੁਆਰੇ ਫਿਰਿਆ, ਦਿਮਾਗ ਰੂਪੀ ਕਚਕੋਲ ਕੋਲਾ ਵਿਦਿਆ ਦੇ ਮਾਣ ਨਾਲ ਭਰ ਕੇ ਬੜੇ ਬੜੇ ਵਿਦਵਾਨਾਂ ਦੇ ਦਰਵਾਜ਼ਿਆਂ ਤੇ ਫਿਰ ਕੇ ਉਹਨਾਂ ਨੂੰ ਜਿੱਤਿਆ। ਭਰ ਕਚਕੋਲ ਬਨਾ ਹੱਥ ਲੀਤਾ, ਪੜ੍ਹਿਆਂ ਦੁਆਰੇ ਫਿਰਿਆ, ਝੂਠ ਝੂਠ ਕਰ ਉਸਨੇ ਧੋਇਆ, ਜਦ ਮੁਰਸ਼ਿਦ ਮੂਹਰੇ ਧਰਿਆ। ਜਦੋਂ ਸਤਿਗੁਰਾਂ ਦੇ ਕੋਲ ਲਿਆਇਆ ਨਾ, ਉਹੀ ਦਿਮਾਗ ਰੂਪੀ ਕੋਲਾ ਵਿਦਿਆ ਦੇ ਮਾਣ ਨਾਲ ਝੂਠਾ ਹੋਇਆ। ਮਹਾਰਾਜ ਜੀ ਨੇ ਆਖਿਆ ਇਹਦਾ ਝੂਠ ਇਕੱਠੀ ਕਰੀ ਫਿਰਦਾ, ਇਹ ਜਿੰਨੇ ਗ੍ਰੰਥਾਂ ਦਾ ਵਿਦਿਆ ਤੂੰ ਪੜ੍ਹ ਕੇ ਆਇਆ, ਤੇਰਾ ਆਪਣਾ ਅਨੁਭਵ ਤਾਂ ਕੋਈ ਵੀ ਨਹੀਂ, ਕਿਸੇ ਦੂਜੇ ਦਾ ਅਨੁਭਵ ਤੇਰੇ ਲਈ ਤਾਂ ਝੂਠ ਹੀ ਹੋਇਆ ਨਾ। ਪਾਤਸ਼ਾਹ ਨੇ ਕਹਿੰਦੇ ਝੂਠ ਝੂਠ ਕਰਕੇ ਉਹਦਾ ਸਾਰਾ ਮਾਣ ਧੋ ਕੇ ਉਹਦੇ ਦਿਮਾਗ ਰੂਪੀ ਕੋਲੇ ਦੇ ਵਿੱਚ ਗੁਰੂ ਕੀ ਮੱਤ ਦਾ ਉਪਦੇਸ਼ ਦੇ ਕਰਕੇ ਉਹਦਾ ਹਿਰਦਾ ਸ਼ੁੱਧ ਕੀਤਾ। ਇਹ ਪੰਡਤ ਵਿਦਿਆ ਦਾ ਅਭਿਮਾਨੀ ਸੀ, ਬੜਾ ਪੜ੍ਹਿਆ ਲਿਖਿਆ ਸੀ। ਕਹਿੰਦਾ ਵੇਖਾਂ ਤਾਂ ਸਹੀ ਕਿਹੜਾ ਇਹੋ ਜਿਹਾ ਗੁਣੀ ਪੁਰਸ਼ ਹੈ ਜਿਸ ਦੀ ਬੜੀ ਪੂਜਾ ਹੋ ਰਹੀ ਹੈ, ਬੜੇ ਲੋਕ ਉਹਦੀ ਵਡਿਆਈ ਕਰ ਰਹੇ ਨੇ,
ਬੜੇ ਲੋਕ ਉਹਦੀ ਚਰਨ ਪੌਲ ਲੈ ਕੇ ਉਹਦੀ ਸਿੱਖਿਆ ਧਾਰਨ ਕਰ ਰਹੇ ਨੇ। ਚੱਲ ਕੇ ਮਿਲਣਾ ਚਾਹੀਦਾ। ਪੁਸਤਕ ਲਦੇ ਉਸ਼ਟ ਜਿਨ ਦੋ ਊਂਠ ਇਹਦੇ ਕੋਲ ਲੱਦੇ ਹੋਏ ਸਨ ਪੁਸਤਕਾਂ ਦੇ, ਉਹ ਵੀ ਇਹਨੇ ਆਪਣੇ ਨਾਲ ਲੈ ਲਏ ਦੱਸਣ ਵਾਸਤੇ ਵੀ ਮੈਂ ਵਿਦਵਾਨ ਹਾਂ। ਗਮਨਤ ਸੰਗ ਰਹਤੇ ਸੋ ਜਿੱਥੇ ਜਾਂਦਾ ਸੀ ਉਹਨਾਂ ਨੂੰ ਨਾਲ ਹੀ ਲੈ ਕੇ ਜਾਂਦਾ ਸੀ। 2 ਊਂਠ ਪੁਸਤਕਾਂ ਦੇ ਲੱਦ ਕੇ ਉਹ ਆਪਣੇ ਨਾਲ ਹੀ ਲੈ ਕੇ ਰੱਖਦਾ ਸੀ। ਸਾਲ ਗ੍ਰਾਮ ਗਲੇ ਮੈਂ ਪਾਵਾ 1 ਸਾਲ ਗ੍ਰਾਮ ਇਹਨੇ ਆਪਣੇ ਗਲ ਦੇ ਵਿੱਚ ਪਾਇਆ ਹੋਇਆ। ਤਨ ਮੈਂ ਦਵਾਦਿਸ਼ ਤਿਲਕ ਲਗਾਵਾ ਔਰ ਆਪਣੇ ਸਰੀਰ ਦੇ ਉੱਤੇ ਇਹਨੇ ਤਕਰੀਬਨ 12 ਤਿਲਕ ਲਾਏ ਹੋਏ ਨੇ। ਜੈ ਬੈਠੇ ਬੇਦੀ ਕੁਲ ਦੀਪਾ ਜਿੱਥੇ ਮਾਰਤੰਡ ਚਸ਼ਮੇ ਦੇ ਨੇੜੇ ਪਾਤਸ਼ਾਹ ਬੇਦੀਆਂ ਦੇ ਕੁਲਦੀਪ ਸਤਿਗੁਰੂ ਜੀ ਬੈਠੇ ਸਨ, ਉੱਥੇ ਚੱਲ ਕੇ ਆਇਆ। ਸੋ ਪੰਡਿਤ ਚਲ ਆਏ ਸਮੀਪਾ ਇਹ ਪੰਡਿਤ ਚੱਲ ਕੇ ਆਇਆ। ਇਤਿਹਾਸਕਾਰਾਂ ਨੇ ਇਹਦਾ ਨਾਮ ਬ੍ਰਹਮਦਾਸ ਵੀ ਲਿਖਿਆ ਹੈ। ਬੈਠਿਓ ਰਾਮ ਰਾਮ ਕੋ ਕਰਕੇ ਆਇਆ, ਆ ਕੇ ਸਤਿਗੁਰਾਂ ਕੋਲ ਬੈਠਾ। ਬੈਠਣ ਤੋਂ ਪਹਿਲਾਂ ਕਹਿੰਦਾ ਜੀ ਰਾਮ ਰਾਮ, ਰਾਮ ਰਾਮ ਕਰਕੇ ਸਤਿਗੁਰਾਂ ਦੇ ਪਾਸ ਬੈਠ ਗਿਆ। ਵਿਦਿਆ ਗਰਭ ਰਿਓ ਉਰ ਭਰ ਕੇ ਵਿਦਿਆ ਦਾ ਹੰਕਾਰ ਇਹਦੇ ਹਿਰਦੇ 'ਚ ਭਰਿਆ ਹੋਇਆ ਸੀ। 2 ਊਂਠ ਲੱਦੇ ਹੋਏ ਗ੍ਰੰਥਾਂ ਦੇ, ਕਦੇ ਉਧਰ ਵੇਖਦਾ ਕਦੇ ਸਤਿਗੁਰਾਂ ਵੱਲ ਵੇਖਦਾ। ਊਂਠਾਂ ਵੱਲ ਤਾਂ ਵੇਖਦਾ ਕਿ ਗੁਰੂ ਸਾਹਿਬ ਉਧਰ ਵੇਖਣ ਕਿ ਮੈਂ ਇੰਨੇ ਗ੍ਰੰਥ ਪੜ੍ਹੇ, ਮੈਂ ਇੰਨਾ ਵਿਦਵਾਨ ਆ। ਇਸ ਤਰ੍ਹਾਂ ਬੜੇ ਹੰਕਾਰ ਦੇ ਵਿੱਚ, ਹਉਮੈ ਦੇ ਵਿੱਚ ਆ ਕੇ ਬੈਠਾ ਵਿਦਿਆ ਦੇ ਅਭਿਮਾਨ 'ਚ। ਬੋਲਿਓ ਬੋਰੋ ਬਚਨ ਦੁਰਾਸਾ ਔਰ ਫਿਰ ਦੁਰਸੇ ਜੇ ਬੋਲ। ਦੁਰਸੇ ਦਾ ਮਤਲਬ ਹੁੰਦਾ ਵੀ ਜਿਨ੍ਹਾਂ 'ਚ ਰਸ ਨਹੀਂ ਹੈ। ਦੁਰਸੇ ਜੇ ਬੋਲ ਆਪਣੇ ਮੂੰਹੋਂ ਬੋਲਿਆ। ਸੰਤ ਹੋਏ ਕਿਉਂ ਖਾਵਤ ਮਾਸਾ ਕਹਿਣ ਲੱਗਾ ਜੀ ਤੁਸੀਂ ਸੰਤ ਹੋ ਕੇ ਕੀ ਕਰ ਰਹੇ ਹੋ? ਹਾਂਜੀ, ਕਿਉਂ ਤਨ ਉਪਰ ਚਰਮੰ ਲੀਨਾ ਗੁਰੂ ਸਾਹਿਬ, ਕਿਉਂਕਿ ਠੰਡਾ ਇਲਾਕਾ ਸੀ ਕਸ਼ਮੀਰ ਦਾ, ਸਰਦੀਆਂ ਸਨ। ਇੱਕ ਚਮੜੇ ਦੀ ਪੁਸ਼ਤੀਨ ਸੀ ਜਿਹੜੀ ਗੁਰੂ ਸਾਹਿਬ ਨੇ ਸਰੀਰ ਤੇ ਪਾਈ ਹੋਈ ਸੀ। ਅਕਸਰ ਚਮੜੇ ਦੀਆਂ ਪੁਸ਼ਤੀਨਾਂ ਉਹਨਾਂ ਸਮਿਆਂ 'ਚ ਚਲਦੀਆਂ ਸਨ। ਹੁਣ ਵੀ ਬਹੁਤ ਸਾਰੇ ਲੋਕ ਪਾ ਲੈਂਦੇ ਆ ਲੈਦਰ ਤੋਂ, ਚਮੜੇ ਤੋਂ ਬਣੀਆਂ ਹੋਈਆਂ ਜੈਕਟਾਂ ਵਗੈਰਾ। ਉਦੋਂ ਪੁਸ਼ਤੀਨਾਂ ਬਣਦੀਆਂ ਹੁੰਦੀਆਂ ਸਨ। ਤੋ ਪਾਤਸ਼ਾਹ ਨੇ ਆਪਣੇ ਸਰੀਰ ਉੱਤੇ ਇੱਕ ਮਾਸ ਦੀ ਚਮੜੇ ਦੀ ਪੁਸ਼ਤੀਨ ਬਣੀ ਹੋਈ ਉਹ ਪਾਈ, ਤੇ ਵੇਖ ਕੇ ਨਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦਾ, ਸੰਤ ਹੋ ਕੇ ਇੱਕ ਚਮੜੇ ਦੀ ਮਾਸ ਦੀ ਜਿਹੜੀ ਬਣੀ ਪੁਸ਼ਤੀਨ ਹੈ ਉਹ ਤੁਸੀਂ ਆਪਣੇ ਸਰੀਰ ਤੇ ਧਾਰਨ ਕੀਤੀ, ਕੀ ਇਹ ਤੁਹਾਡੇ ਲਈ ਯੋਗ ਹੈ? ਹਾਂਜੀ। ਇਹ ਤੁਮ ਕਰਮ ਵਿਪਰਜੇ ਕੀਨਾ ਤੁਸੀਂ ਇਹ ਕਰਮ ਬੜਾ ਉਲਟ ਕਰਮ ਕੀਤਾ। ਵਿਪਰਜਾ ਦਾ ਮਤਲਬ ਹੁੰਦਾ ਉਲਟ। ਤੁਹਾਨੂੰ ਇਹ ਚਮੜੇ ਦੀ ਬਣੀ ਪੁਸ਼ਤੀਨ ਤਨ ਤੇ ਨਹੀਂ ਸੀ ਪਾਉਣੀ ਚਾਹੀਦੀ। ਇਹ ਚਮੜੇ ਦੀ ਬਣੀ ਪੁਸ਼ਤੀਨ ਤਨ ਤੇ ਨਹੀਂ ਸੀ ਧਾਰਨ ਕਰਨੀ ਚਾਹੀਦੀ। ਗੁਰ ਉਪਰ ਤਬ ਥੀ ਪੁਸ਼ਤੀਨੰ ਪਾਤਸ਼ਾਹ ਨੇ ਉਹ ਪੁਸ਼ਤੀਨ ਜਿਹੜੀ ਸੀ ਧਾਰਨ ਕੀਤੀ ਹੋਈ ਸੀ। ਸੁਨ ਪੰਡਿਤ ਕੇ ਬਚਨ ਪ੍ਰਬੀਨੰ ਸੁਣ ਕੇ ਪੰਡਤ ਦੇ ਬੋਲ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਿਆ ਦੇਨ ਹੇਤ ਤੈ ਸੰਗਾ ਇਹਨੂੰ ਅਕਲ ਦੇਣ ਵਾਸਤੇ, ਪੰਡਤ ਨੂੰ ਸਿੱਖਿਆ ਦੇਣ ਵਾਸਤੇ ਉਚਰਿਓ ਸ਼ਬਦ ਸੁਪ੍ਰੇਮਿਓ ਮੰਗਾ। ਪ੍ਰੇਮ ਚ ਆ ਕੇ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਕਿ ਤਨ ਵੀ ਤਾਂ ਚਮੜੇ ਦਾ ਹੀ ਹੈ ਨਾ, ਇਹ ਵੀ ਤਾਂ ਮਾਸ ਦਾ ਹੀ ਬਣਿਆ ਹੋਇਆ। ਇਹਦੇ ਤੇ ਚਮੜੇ ਦੀ ਬਣੀ ਪੁਸ਼ਤੀਨ ਧਾਰਨ ਕੀਤੀ ਆ ਸਰਦੀ ਨੂੰ ਨਿਵਾਰਨੇ ਲਈ, ਤਾਂ ਇਹਦੇ ਵਿੱਚ ਭਾਈ ਕੀ ਅਤਕਥਨੀ ਹੋ ਗਈ। ਤੋ ਗਰੀਬ ਨਵਾਜ ਜੀ ਨੇ ਵੇਖਿਆ ਕਿ ਇਹਨੂੰ ਇਹ ਮੁੱਦਾ ਲੱਭ ਰਿਹਾ ਸੀ ਵੀ ਕਿੱਥੋਂ ਸ਼ੁਰੂਆਤ ਕਿੱਥੋਂ ਕਰਾਂ, ਇਹਨਾਂ ਨਾਲ ਗੱਲਬਾਤ ਕਰਨੀ ਹੈ। ਕਿ ਸਤਿਗੁਰੂ ਜੀ ਤਾਂ ਡੋਲ ਬੈਠੇ ਸੀ, ਕਮੀ ਲੱਭਣੀ ਹੁੰਦੀ ਹੈ ਨਾ, ਕਈਆਂ ਦਾ ਸੁਭਾਅ ਹੁੰਦਾ ਵੇਖੀਏ ਵੀ ਕਮੀ ਕੀ ਹੈ। ਵੇਖਿਆ ਵੀ ਤਾਂ ਗੱਲ ਨਹੀਂ ਪਏ ਕਰਦੇ। ਜਦੋਂ ਇਹਨੂੰ ਹੋਰ ਆਲੇ ਦੁਆਲੇ ਕੁਝ ਲੱਭਾ ਨਹੀਂ ਗੱਲ ਕਰਨ ਨੂੰ, ਤੇ ਸਿੱਧਾ ਇਹੀ ਸ਼ੰਕਾ ਕੀਤਾ ਜੀ ਤੁਸੀਂ ਆ ਚਮੜੇ ਦੀ ਪੁਸ਼ਤੀਨ ਕਿਉਂ ਪਾਈ ਆ ਸਰੀਰ ਤੇ ਸੰਤ ਹੋ ਕੇ? ਸੁਭਾਅ ਹੁੰਦਾ ਕਈਆਂ ਦਾ ਕਿ ਕਮੀ ਵੇਖਣੀ ਹੈ, ਉਹਨਾਂ ਨੇ ਗੁਣ ਨਹੀਂ ਵੇਖਣਾ, ਉਹਨਾਂ ਕਮੀ ਵੇਖਣੀ ਆ। ਜੇ ਨਾ ਵੀ ਹੋਵੇ ਕਮੀ ਬਣਾ ਲੈਣੀ ਆ ਆਪ ਹੀ ਬਦੋ ਬਦੀ, ਜੀ ਇਹ ਕਮੀ ਹੈ, ਇਹ ਊਣਤਾ ਹੀ ਹੈ, ਬਹਾਨਾ ਜੋ ਬਣਾਉਣਾ ਹੁੰਦਾ। ਇਹਨੇ ਇਸ ਪ੍ਰਕਾਰ ਨਾਲ ਇਹ ਬਹਾਨਾ ਬਣਾਇਆ। ਕਹਿਣ ਲੱਗਾ ਜੀ ਤੁਸੀਂ ਇਹ ਚਮੜੇ ਦੀ ਪੁਸ਼ਤੀਨ ਧਾਰਨ ਕੀਤੀ ਯੋਗ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹਦੀ ਵਿਦਿਆ ਦਾ ਮਾਣ ਇਹਨੂੰ ਵੇਖਿਆ ਪਾਤਸ਼ਾਹ ਨੇ ਹੰਕਾਰਿਆ ਹੋਇਆ। ਇਹ ਪੜ੍ਹਿਆ ਮੂਰਖ ਆਖੀਆ ਵਾਲੀ ਬਿਰਤੀ ਦਾ ਮਾਲਕ ਹੈ। ਤੋ ਗਰੀਬ ਨਵਾਜ ਪਾਤਸ਼ਾਹ ਬੋਲੇ ਜੀ, ਸੁਣੋ ਜੀ। ਸ੍ਰੀ ਮੁਖ ਵਾਕ
ਸ਼ਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ। ਖਾਲਸਾ ਜੀ, ਕਸ਼ਮੀਰ ਦੇ ਇਲਾਕੇ 'ਚ ਬੀਜ ਬਿਹਾੜੇ ਦਾ ਇਲਾਕਾ ਹੈ। ਉੱਥੋਂ ਦਾ ਸੀ ਬ੍ਰਹਮਦਾਸ, ਜਿਹੜਾ ਸਤਿਗੁਰਾਂ ਕੋਲ ਆਇਆ। ਪਾਤਸ਼ਾਹ ਕਹਿਣ ਲੱਗੇ, ਆਸਾ ਜੀ ਦੀ ਵਾਰ ਦਾ ਇਹ ਪਾਵਨ ਸ਼ਲੋਕ ਪਾਤਸ਼ਾਹ ਨੇ ਉਚਾਰਿਆ। ਪੜ ਪੜ ਗੱਡੀ ਲੱਦੀ ਐ। ਮਹਾਰਾਜ ਜੀ ਕਹਿੰਦੇ ਪੜ ਪੜ ਕੇ ਊਂਠ ਲੱਦੇ ਆ, ਗੱਡੇ ਲੱਦੇ ਐ। ਪੜ ਪੜ ਭਰੀ ਹੈ ਸਾਥ, ਪੜ ਪੜ ਕੇ ਨਾਲ ਭਰ ਭਰ ਕੇ ਰੱਖ ਲੈ। ਊਂਠਾਂ ਦੇ ਉੱਤੇ ਲੱਦ ਲੈ, ਗੱਡਿਆਂ ਦੇ ਉੱਤੇ ਲੱਦ ਲੈ ਗ੍ਰੰਥ। ਪੜ ਪੜ ਬੇੜੀ ਪਾਈ ਐ, ਪੜ ਪੜ ਗੱਡੀਏ ਖਾਤ। ਮਹਾਰਾਜ ਜੀ ਕਹਿੰਦੇ ਪੜ ਪੜ ਕੇ ਇਹਨਾਂ ਗ੍ਰੰਥਾਂ ਨੂੰ ਬੇੜੀਆਂ ਦੇ ਵਿੱਚ ਵੀ ਨਾਲ ਲੱਦ ਲਓ, ਇਹਨਾਂ ਦੇ ਖਾਤ ਖੇਤ ਬੀਜ ਦਿਓ। ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ। ਜਿਤਨੇ ਬਰਸ ਮਰਜੀ, ਜਿਤਨੇ ਮਹੀਨੇ ਮਰਜੀ, ਪੜੀ ਜਾਓ ਪੜੀ ਜਾਓ। ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ। ਜਿੰਨੀ ਉਮਰ ਹੈ ਉਨੀ ਉਮਰ ਤਾਈਂ ਪੜੀ ਜਾਓ। ਜਿੰਨੇ ਸਾਹ ਨੇ ਅਖੀਰਲੇ ਸਾਹ ਨੂੰ ਵੀ ਇੱਕ ਹੱਥ 'ਚ ਕਿਤਾਬ ਹੀ ਹੋਵੇ ਤੇ ਪੜੀ ਜਾਵੇ। ਨਾਨਕ ਲੇਖੈ ਇੱਕ ਗੱਲ, ਹੋਰ ਹੋਮੈ ਚਖਣਾ ਚਾਖ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ, ਪੰਡਤ ਜੀ ਲੇਖੇ 'ਚ ਇੱਕੋ ਹੀ ਗੱਲ ਆਉਣੀ ਆ, ਬਾਕੀ ਤਾਂ ਹਉਮੈ 'ਚ ਝੱਖ ਮਾਰਨ ਦੇ ਤੋਲੀ ਹੈ। ਹਉਮੈ ਦੇ ਵਿੱਚ ਝੱਖ ਮਾਰਨ ਦੇ ਤੋਲੀ ਐ। ਲੇਖੇ ਵਿੱਚ ਤਾਂ ਇੱਕੋ ਹੀ ਗੱਲ ਆਉਣੀ ਆ ਵੀ ਕਰਮ ਕਿਹੋ ਜਿਹੇ ਕੀਤੇ ਐ। ਕਰਮ ਕੀ ਹਨ? ਕੇਵਲ ਪੜ੍ਹਦੇ ਮਾਤਰ ਦੇ ਨਾਲ, ਹਾਂ ਪੜ੍ਹ, ਪਾਤਸ਼ਾਹ ਇਹ ਨਹੀਂ ਕਹਿੰਦੇ ਪੜ੍ਹੋ ਨਾ, ਪੜ੍ਹ ਕੇ ਹੰਕਾਰ ਕਰਕੇ ਲਿਆ ਕੀ ਹੈ? ਝਾਕੀ ਮਾਰੀ ਹੈ ਨਾ। ਉਸ ਪੜ੍ਹੇ ਹੋਏ ਤੂੰ ਆਪਣੇ ਹਿਰਦੇ ਵਿੱਚ ਕੁਝ ਗੱਲ ਵਸਾਈ ਤਾਂ ਨਹੀਂ ਨਾ, ਉਹਨੂੰ ਆਪਣੇ ਅਨੁਭਵ ਵਿੱਚ ਤਾਂ ਨਹੀਂ ਨਾ ਲਿਆਂਦਾ। ਕੇਵਲ ਹਉਮੈ 'ਚ ਝੱਖ ਮਾਰੀ ਹੈ। ਲੇਖੇ ਵਿੱਚ ਇੱਕੋ ਹੀ ਗੱਲ ਹੈ ਪੰਡਤ ਜੀ, ਉਹ ਹੈ ਪਰਮੇਸ਼ਰ ਦਾ ਕੀਤਾ ਹੋਇਆ ਭਜਨ। ਬਾਕੀ ਇਹ ਤਾਂ ਸਭ ਹਉਮੈ ਵਿੱਚ ਝੱਖ ਮਾਰਨ ਦੇ ਤੋਲੀ ਹੈ ਕਿ ਮੈਂ ਇੰਨਾ ਪੜ੍ਹ ਲਿਆ, ਮੈਂ ਇੰਨੀਆਂ ਕਿਤਾਬਾਂ ਪੜ੍ਹ ਲਈਆਂ ਨੇ, ਮੈਂ ਇੰਨੇ ਗ੍ਰੰਥ ਪੜ੍ਹ ਲਏ ਨੇ, ਮੈਂ ਇੰਨੀਆਂ ਕਲਾਸਾਂ ਪੜ੍ਹ ਲਈਆਂ ਨੇ। ਇਹ ਕੇਵਲ ਹਉਮੈ 'ਚ ਝੱਖ ਮਾਰਨ ਦੇ ਤੋਲੀ ਹੈ। ਲੇਖੇ ਵਿੱਚ ਤਾਂ ਇੱਕੋ ਹੀ ਗੱਲ ਹੈ, ਉਹ ਹੈ ਪਰਮੇਸ਼ਰ ਦਾ ਕੀਤਾ ਹੋਇਆ ਭਜਨ। ਦੱਸੋ ਪੰਡਤ ਜੀ, ਉਹ ਕਰਦੇ ਹੋ? ਭਜਨ ਕਰਦੇ ਹੋ ਪੰਡਤ ਜੀ? ਅਕਾਲ ਪੁਰਖ ਦਾ ਭਜਨ ਕਰਦੇ ਹੋ, ਨਾਮ ਜਪਦੇ ਹੋ? ਜਿਹੜੇ ਧਰਮ ਗ੍ਰੰਥ ਕਹਿੰਦੇ ਆ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ, ਕਿ ਉਹ ਰੱਬ ਦਾ ਭਜਨ ਕਰਦੇ ਹੋ? ਜਿਹਦੇ ਬਾਰੇ ਸਿਮਰਤੀਆਂ ਵੀ ਕਹਿੰਦੀਆਂ, ਸ਼ਾਸਤਰ ਵੀ ਕਹਿੰਦੇ ਆ, ਪੁਰਾਣ ਵੀ ਕਹਿੰਦੇ ਆ, ਵੇਦ ਵੀ ਕਹਿੰਦੇ ਆ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਭ ਖੋਛਾ ਹੈ। ਉਹ ਭਜਨ ਕਰਦੇ ਹੋ? ਜਦੋਂ ਪਾਤਸ਼ਾਹ ਦੇ ਬਚਨ ਸੁਣੇ, ਇਹੋ ਜਿਹੇ ਅਣੀਆਂ ਵਾਲੇ ਤੀਰ ਨੇ ਬਚਨ ਪਾਤਸ਼ਾਹ ਦੇ, ਕਿ ਪੰਡਤ ਦੇ ਹਿਰਦੇ ਨੂੰ ਵਿੰਨ ਕੇ ਰੱਖ ਦਿੱਤਾ। ਤੇ ਜਿਵੇਂ ਕਿਸੇ ਦੇ ਕਲੇਜੇ 'ਚ ਤੀਰ ਵੱਜੇ ਤੇ ਜ਼ਮੀਨ ਤੇ ਡਿੱਗ ਪੈਂਦਾ ਨਾ, ਇਉਂ ਪੰਡਤ ਜੀ ਸਤਿਗੁਰਾਂ ਦੇ ਚਰਨਾਂ ਤੇ ਡਿੱਗ ਪਏ। ਪਾਤਸ਼ਾਹ ਨੂੰ ਉਪਦੇਸ਼ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ
हे अच्युत हे पार ब्रह्म अविनाशी अगनासी हे पूरन हे सर्वमय उपपंजन गुणतास हे संगी हे निरंकार हे निर्गुण सब टेक हे गोबिंद हे गुण निधान की सदा बबेक हे अपरंपर हर हरे पियो अणहारे हे संतः कै सदा संग धारा आधार हे ठाकुर हो दासरो निर्गुण गुण न